ਕੈਨੇਡਾ 'ਚ ਵਸਦੇ ਹਿੰਦੂਆਂ ਦੇ ਵੱਲੋਂ ਖੁਦ ਨੂੰ ਖਤਰਾ ਦੱਸਣ ਤੇ ਬੋਲੇ ਐਨਡੀਪੀ ਲੀਡਰ ਜਗਮੀਤ ਸਿੰਘ। ਕੈਨੇਡਾ ਹਿੰਦੂਆਂ ਦਾ ਵੀ ਹੈ ਘਰ, ਇਹ ਸਾਰੇ ਇੱਥੇ ਰਹਿਣ ਦੇ ਹੱਕਦਾਰ। ਤਾਂ ਵਿਰੋਧੀ ਪਾਰਟੀ ਕੰਜ਼ਰਵੇਟਿਵ ਨੇ ਕਿਹਾ ਹਿੰਦੂਆਂ ਦਾ ਹਮੇਸ਼ਾ ਕੀਤਾ ਜਾਵੇਗਾ ਸਵਾਗਤ। ਭਾਰਤ ਕੈਨੇਡਾ ਵਿਵਾਦ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜਤਾਈ ਚਿੰਤਾ। ਕਿਹਾ ਦੋਵੇਂ ਦੇਸ਼ਾਂ ਦੇ ਨਾਲ ਕਰ ਰਹੇ ਗੱਲਬਾਤ। ਟਰੂਡੋ ਦੇ ਲਗਾਏ ਇਲਜ਼ਾਮਾਂ ਦੀ ਜਾਂਚ ਹੋਣੀ ਬੇहद ਜ਼ਰੂਰੀ। DDOTR ਦੇ ਸਰਵੇ ਨੇ ਟਰੂਡੋ ਦਾ ਸੱਚ ਲਿਆਂਦਾ ਸਾਹਮਣੇ। ਜ਼ਿਆਦਾਤਰ ਲੋਕਾਂ ਦੀ ਰਾਏ ਖਾਲਿਸਤਾਨੀ ਅਤਵਾਦ ਦਾ ਸਮਰਥਨ ਕਰ ਰਹੇ ਨੇ ਟਰੂਡੋ। UN ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਲਗਾਈ ਝਾੜ। ਕਿਹਾ ਜੰਮੂ ਕਸ਼ਮੀਰ ਤੇ ਲੱਦਾਖ ਭਾਰਤ ਦੇ ਅਟੁੱਟ ਅੰਗ। ਸਾਡੇ ਅੰਦਰੂਨੀ ਮਸਲਿਆਂ ਦੇ ਵਿੱਚ ਦਖਲ ਦੇਣ ਦਾ ਨਹੀਂ ਅਧਿਕਾਰ। ਪਾਕਿਸਤਾਨ ਨੂੰ ਦੱਸਿਆ ਅਤਵਾਦੀਆਂ ਦਾ ਘਰ। ਥੋੜੀ ਦੇਰ ਦੇ ਵਿੱਚ ਚੰਡੀਗੜ੍ਹ ਤੋਂ ਰਵਾਨਾ ਹੋਵੇਗਾ ਸੱਚ ਪ੍ਰਿੰਸੀਪਲ ਦਾ ਅਗਲਾ ਬੈਚ। ਸਿੰਗਾਪੁਰ ਦੇ ਵਿੱਚ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਦੀ ਲੈਣਗੇ ਟ੍ਰੇਨਿੰਗ। ਸਿੱਖਿਆ ਮੰਤਰੀ ਹਰਜੋਤ ਬੈਂਸ ਕਰਨਗੇ ਰਵਾਨਾ। RDF ਦੇ ਮੁੱਦੇ ਤੇ ਗਵਰਨਰ ਨੇ ਸੀਐਮ ਮਾਨ ਦੀ ਚਿੱਠੀ ਦਾ ਦਿੱਤਾ ਜਵਾਬ। ਕਿਹਾ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੰਗਾ ਹੋਵੇਗਾ, ਕਰੀਏ ਇੰਤਜ਼ਾਰ। ਨਾਲ ਹੀ ਬੋਲੇ ਤੁਹਾਡੀ ਸਰਕਾਰ ਨੇ ਚੁੱਕਿਆ 50,000 ਕਰੋੜ ਦਾ ਕਰਜ਼, ਉਸ ਦੀ ਵੀ ਸਾਂਝੀ ਕਰੋ ਡਿਟੇਲ। ਮੁੱਖ ਮੰਤਰੀ ਭਗਵੰਤ ਮਾਨ ਵੱਖ-ਵੱਖ ਵਿਭਾਗਾਂ ਦੇ 396 ਨਵੇਂ ਕਰਮਚਾਰੀਆਂ ਨੂੰ ਦੇਣਗੇ ਨਿਯੁਕਤੀ ਪੱਤਰ। 11 ਵਜੇ ਚੰਡੀਗੜ੍ਹ ਦੇ ਸੈਕਟਰ 35 ਦੇ ਮਿਊਨਿਸਪਲ ਭਵਨ ਦੇ ਵਿੱਚ ਹੋਏਗਾ ਸਮਾਗਮ। ਲਾਰੈਂਸ ਬਿਸ਼ਨੋਈ ਨੇ ਨਕਾਰੀ ਗੈਂਗਸਟਰ ਸੁਖਾ ਦੁਨੇਕੇ ਦੀ ਕਤਲ ਦੀ ਗੱਲ। ਵਕੀਲ ਦਾ ਦਾਅਵਾ ਫੇਕ ਅਕਾਊਂਟ ਤੋਂ ਪਾਈਆਂ ਜਾ ਰਹੀਆਂ ਨੇ ਝੂਠੀਆਂ ਪੋਸਟਾਂ। ਪੰਜਾਬ ਦੇ ਵਿੱਚ ਨਸ਼ੇ ਦੇ ਨਾਲ 3 ਸਾਲ ਦੇ ਵਿੱਚ ਹੋਈਆਂ 266 ਮੌਤਾਂ। ਪੰਜਾਬ ਪੁਲਿਸ ਦੇ ਵੱਲੋਂ ਹਾਈ ਕੋਰਟ 'ਚ ਦਾਖਲ ਕੀਤੀ ਰਿਪੋਰਟ 'ਚ ਹੋਇਆ ਖੁਲਾਸਾ। ਬਠਿੰਡਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ। ਫਿਰੋਜ਼ਪੁਰ ਦੇ ਵਿੱਚ ਐਕਟਿਵਾ ਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ। ਐਕਟਿਵਾ ਸਵਾਰ ਮਹਿਲਾ ਦੇ ਵੱਲੋਂ ਸੜਕ ਪਾਰ ਕਰਨ ਵੇਲੇ ਵਾਪਰਿਆ ਹਾਦਸਾ। CCTV ਦੇ ਵਿੱਚ ਕੈਦ ਹੋਈਆਂ ਤਸਵੀਰਾਂ। ਲੁਧਿਆਣਾ 'ਚ ਸਟੂਡੈਂਟ ਨੇ ਸਕੂਲ ਦੀ ਬਿਲਡਿੰਗ ਤੋਂ ਮਾਰੀ ਛਾਲ। ਸਕੂਲ ਸਟਾਫ ਤੇ ਲੱਗੇ ਇਲਜ਼ਾਮ। ਕੁੜੀ ਦੀ ਬਾਂਹ ਤੇ ਚੋਰ ਲਿਖ ਕੇ ਘੁਮਾਇਆ। ਮੁੰਬਈ ਦੇ ਵਿੱਚ ਲਾਲ ਬਾਗ ਦੇ ਰਾਜਾ ਦੀ ਆਰਤੀ ਦੇ ਵਿੱਚ ਸ਼ਾਮਿਲ ਹੋਇਆ ਅੰਬਾਨੀ ਪਰਿਵਾਰ। ਮੁਕੇਸ਼ ਅੰਬਾਨੀ, ਨੀਤਾ ਅੰਬਾਨੀ ਤੇ ਪਰਿਵਾਰਕ ਮੈਂਬਰ ਰਹੇ ਮੌਜੂਦ। ਲਾਲ ਬਾਗ ਦੇ ਰਾਜਾ ਦਾ ਲਿਆ ਆਸ਼ੀਰਵਾਦ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕੈਨੇਡਾ NDP ਦੇ ਲੀਡਰ ਜਗਮੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ। ਬਿਆਨ ਤੋਂ ਸ਼ੁਰੂਆਤ ਕਰਾਂਗੇ। ਕੈਨੇਡਾ ਹਿੰਦੂਆਂ ਦਾ ਵੀ ਘਰ ਹੈ। ਜਗਮੀਤ ਸਿੰਘ ਇਹ ਕਹਿ ਰਹੇ ਨੇ ਤੁਸੀਂ ਸਾਰੇ ਵੀ ਇੱਥੇ ਰਹਿਣ ਦੇ ਹੱਕਦਾਰ ਹੋ। ਕੰਜ਼ਰਵੇਟਿਵ ਲੀਡਰ ਪਿਆਰੇ ਓਲੀਵਰੇ ਨੇ ਇਹ ਹਿੰਦੂਆਂ ਨੂੰ ਭਰੋਸਾ ਦਿੱਤਾ ਹੈ ਹਰ ਕੈਨੇਡੀਅਨ ਬਿਨਾਂ ਡਰ ਦੇ ਰਹਿਣ ਦਾ ਹੱਕਦਾਰ ਹੈ। ਇਹ ਉਹਨਾਂ ਨੇ ਕਿਹਾ ਹੈ ਹਿੰਦੂਆਂ ਨੇ ਸਾਡੇ ਦੇਸ਼ ਦੇ ਹਰ ਹਿੱਸੇ ਦੇ ਵਿੱਚ ਅਮੁੱਲ ਯੋਗਦਾਨ ਪਾਇਆ। ਤਾਂ ਕੈਨੇਡਾ ਦੇ ਵਿੱਚ ਹਿੰਦੂਆਂ ਦਾ ਹਮੇਸ਼ਾ ਸਵਾਗਤ ਕੀਤਾ ਜਾਵੇਗਾ ਇਹ ਵੀ ਉਹ ਕਹਿ ਰਹੇ ਨੇ। ਤਾਂ ਕੈਨੇਡਾ ਦੇ ਵਿੱਚ ਵਸਦੇ ਹਿੰਦੂਆਂ ਨੇ ਖੁਦ ਨੂੰ ਖਤਰਾ ਦੱਸਿਆ ਸੀ। ਹਿੰਦੂ ਕੌਮ ਕੈਨੇਡਾ ਦੇ PM ਨੂੰ ਪੱਤਰ ਲਿਖਿਆ ਗਿਆ ਸੀ ਔਰ ਕੁਝ ਖਾਲਿਸਤਾਨੀ ਅਨਸਰ ਧਮਕੀਆਂ ਦੇ ਰਹੇ ਸਨ, ਜਿਸ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਖਤਰਾ ਦੱਸਿਆ ਸੀ। ਪਰ ਹੁਣ ਬਿਆਨ ਆਇਆ ਹੈ, ਜਗਮੀਤ ਸਿੰਘ ਦਾ ਬਿਆਨ ਆਇਆ ਹੈ। ਦੱਸ ਦਈਏ ਕਿ ਉਹਨਾਂ ਨੇ ਕਿਹਾ ਹੈ ਉਹਨਾਂ ਦੇ ਲੀਡਰ ਕੈਨੇਡਾ NDP ਦੇ ਲੀਡਰ ਨੇ ਜਿਹੜੀ ਪਾਰਟੀ ਹੈ ਜਗਮੀਤ ਸਿੰਘ, ਉਹਨਾਂ ਦਾ ਇਹ ਵੱਡਾ ਬਿਆਨ ਹੈ। ਕੈਨੇਡਾ ਹਿੰਦੂਆਂ ਦਾ ਵੀ ਘਰ ਹੈ ਉਹ ਕਹਿ ਰਹੇ। ਦੱਸਦੀਏ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਜਸਟਿਨ ਟਰੂਡੋ ਦਾ ਬਿਆਨ ਆਇਆ ਉਸ ਤੋਂ ਬਾਅਦ ਕਾਫੀ ਜ਼ਿਆਦਾ ਤਲਖੀ ਤਣਾਅ ਵਾਲੀ ਸਥਿਤੀ ਕੈਨੇਡਾ ਤੇ ਭਾਰਤ ਦੇ ਵਿਚਕਾਰ ਬਣੀ। ਤਾਂ ਖਾਲਿਸਤਾਨ ਅਤਵਾਦ ਦੇ ਸਮਰਥਕ ਨੇ ਟਰੂਡੋ ਇਸ ਨੂੰ ਲੈ ਕੇ ਖਬਰ ਹੈ। ਇੱਕ ਹੋਰ ਸਰਵੇ ਨੇ ਟਰੂਡੋ ਦਾ ਸੱਚ ਸਾਹਮਣੇ ਲਿਆਂਦਾ ਹੈ। ਖਾਲਿਸਤਾਨੀ ਅਤਵਾਦ ਦਾ ਸਮਰਥਨ ਕਰ ਰਹੇ ਨੇ ਟਰੂਡੋ, ਸਰਵੇ ਕਹਿ ਰਿਹਾ ਹੈ। ਤਾਂ ਦੱਸ ਦਈਏ ਕਿ ਸਰਵੇ ਕਰਾਏ ਗਏ ਨੇ ਭਾਰਤ ਦੇ ਵਿੱਚ, ਸਰਵੇ ਕਰਾਏ ਗਏ ਨੇ ਔਰ ਲੋਕਾਂ ਦੀ ਰਾਏ ਲਈ ਗਈ ਹੈ। ਦੇਸ਼ ਭਰ ਦੇ ਵਿੱਚ 3000 ਤੋਂ ਵੱਧ ਲੋਕਾਂ ਦੇ ਵੱਲੋਂ ਇਸ ਦੇ ਵਿੱਚ ਹਿੱਸਾ ਲਿਆ ਗਿਆ ਹੈ, ਜਿਸ ਦੇ ਸਰਵੇ ਜਿਹੜੇ ਨੇ ਉਹ ਹੈਰਾਨੀਜਨਕ ਹੈ। ਕਹਿ ਲਈਏ ਕਿ ਜੋ ਪਹਿਲਾਂ ਕਿਹਾ ਗਿਆ ਹੈ ਕੈਨੇਡਾ ਨੂੰ ਤਾਂ ਉਸ ਨੂੰ ਲੈ ਕੇ ਹਾਮੀ ਭਰਦੇ ਨਜ਼ਰ ਆ ਰਹੇ ਨੇ ਸਰਵੇ। ਖਾਲਿਸਤਾਨ ਅਤਵਾਦ ਦੇ ਸਮਰਥਕ ਨੇ ਟਰੂਡੋ ਇਹ ਸਰਵੇ ਕਹਿ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਦੇਸ਼ ਭਰ ਚ 3000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਤਾਂ ਹਾਲਾਤ ਇਹ ਨੇ ਕਿ ਕੈਨੇਡਾ ਦੇ ਵਿੱਚ ਟਰੂਡੋ ਦੀ ਲੋਕਪ੍ਰਿਯਤਾ ਲਗਾਤਾਰ ਘਟ ਰਹੀ ਹੈ। ਕੈਨੇਡਾ ਦੇ ਹੀ ਨਿਊਜ਼ ਚੈਨਲ ਗਲੋਬਲ ਨਿਊਜ਼ ਦੇ ਵੱਲੋਂ ਕਰਵਾਏ ਸਰਵੇ ਦੇ ਵਿੱਚ ਟਰੂਡੋ
ਕਾਫੀ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਔਰ ਉਧਰ ਟਰੂਡੋ ਤੇ ਵੋਟਾਂ ਦੇ ਧਰੁਵੀਕਰਨ ਦੇ ਵੀ ਇਲਜ਼ਾਮ ਲੱਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਨੇ, ਜਿਸ ਦੀ ਅਸਲ ਵਜ੍ਹਾ ਹੈ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੀ ਘਟਦੀ ਲੋਕਪ੍ਰਿਯਤਾ, ਜਿਸ ਤੋਂ ਬੁਖਲਾਏ ਟਰੂਡੋ ਹੁਣ ਵੋਟਾਂ ਦੇ ਧਰੁਵੀਕਰਨ ਵਾਲੇ ਪਾਸੇ ਤੁਰ ਪਏ ਨੇ ਤੇ ਇਸੇ ਮਕਸਦ ਦੇ ਨਾਲ ਹਲਕੇ ਪੱਧਰ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਨਿਊਜ਼ ਚੈਨਲ ਗਲੋਬਲ ਨਿਊਜ਼ ਦੇ ਵੱਲੋਂ ਕੈਨੇਡਾ ਦੇ ਵਿੱਚ 2025 ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇੱਕ ਸਰਵੇ ਕਰਵਾਇਆ ਗਿਆ, ਜਿਸ ਦੇ ਵਿੱਚ ਟਰੂਡੋ ਦੀ ਘਟੀ ਲੋਕਪ੍ਰਿਯਤਾ ਸਾਫ਼ ਨਜ਼ਰ ਆ ਰਹੀ ਹੈ। ਸਰਵੇ ਦੇ ਮੁਤਾਬਿਕ ਪੀਐਮ ਉਮੀਦਵਾਰ ਦੀ ਰੇਸ ਦੇ ਵਿੱਚ ਸਭ ਤੋਂ ਅੱਗੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਇਲੀਵਰੇ ਨੇ। ਸਰਵੇ ਦੇ ਵਿੱਚ ਪੀਅਰ ਪੋਇਲੀਵਰੇ ਨੂੰ 40% ਵੋਟਾਂ ਪਈਆਂ ਨੇ, ਜਦਕਿ ਕੈਨੇਡਾ ਦੇ ਮੌਜੂਦਾ ਪੀਐਮ ਜਸਟਿਨ ਟਰੂਡੋ ਨੂੰ 31% ਵੋਟਾਂ ਹਾਸਲ ਹੋਈਆਂ ਨੇ। ਉੱਥੇ ਸਰਵੇ ਦੇ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ ਤੀਜੇ ਨੰਬਰ ਤੇ ਨੇ, ਜਿਨ੍ਹਾਂ ਨੂੰ 22% ਵੋਟਾਂ ਮਿਲੀਆਂ ਨੇ। ਤਾਂ ਉਧਰ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਨੇਡੀਅਨ ਪੀਐਮ ਨੂੰ ਨਿਸ਼ਾਨੇ ਤੇ ਲਿਆ। ਜਾਖੜ ਨੇ ਕਿਹਾ ਕਿ ਪੂਰੇ ਵਿਵਾਦ ਦੇ ਪਿੱਛੇ ਟਰੂਡੋ ਦੀਆਂ ਸਿਆਸੀ ਮਜਬੂਰੀਆਂ ਨੇ। ਕੈਨੇਡਾ ਦੀ ਵਿਦੇਸ਼ ਨੀਤੀ ਲੋਕਲ ਸਿਆਸਤ ਤੋਂ ਪ੍ਰੇਰਿਤ ਹੈ। ਟਰੂਡੋ ਦਾ ਦੋਸਤ ਮੁਲਕ ਦੇ ਨਾਲ ਗੈਰ ਜ਼ਿੰਮੇਵਾਰਾਨਾ ਰਵੱਈਆ ਕੈਨੇਡਾ ਦੇ ਵਿੱਚ ਅੱਤਵਾਦੀ ਤੇ ਗੈਂਗਸਟਰ ਗੈਂਗਵਾਰ ਦਾ ਸ਼ਿਕਾਰ ਹੋ ਰਹੇ ਨੇ। ਆਪ ਇਨ ਐਸੋਸੀਏਸ਼ਨ ਵਿਦ MEA ਨਾਲ ਗੱਲ ਕਰਕੇ ਅਸੀਂ ਉਹਨਾਂ ਪਰਿਵਾਰਾਂ ਵਾਸਤੇ, ਖਾਸ ਤੌਰ ਤੇ ਉਹ ਪਰਿਵਾਰ ਜਿਨ੍ਹਾਂ ਦੇ ਬੱਚੇ ਆ ਰਹੇ ਨੇ ਪਾਈਪਲਾਈਨ, ਜਿਹੜੇ ਉੱਥੇ ਪਹੁੰਚ ਗਏ, ਉਹਨਾਂ ਨੂੰ ਤਾਂ ਇਸ ਮੋਮੈਂਟਰੀ ਡਿਲੇ, ਉਹਨਾਂ ਨੂੰ ਆਣਾ ਕਰਾਣਾ, ਅੱਜ ਕੱਲ੍ਹ ਤਾਂ ਸਾਰਿਆਂ ਕੋਲ ਫੋਨ ਹੈ, ਸਭ ਨੂੰ ਪਤਾ ਹੈ ਕੀ ਹੈ, ਆਪਸ 'ਚ ਦੇ ਆਰ ਇਨ ਕੰਟੈਕਟ। ਬਟ ਅਗਰ ਕਿਸੇ ਦੀ ਕੋਈ ਸ਼ੰਕਾ ਹੈ, ਵੀ ਵਿਲ ਸੈਟ ਅਪ ਅ ਹੈਲਪਲਾਈਨ, ਵਿਲ ਆਸਕ MEA ਨੂੰ ਰਿਕੁਐਸਟ ਕਰਾਂਗੇ, ਫੋਰਨ ਮਿਨਿਸਟਰ ਨੂੰ ਵੀ ਉੱਥੇ ਬੰਦੇ ਬਿਠਾਣ, ਤਾਂ ਕਿ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਨੇ ਕਹਿੰਦੇ ਨਹੀਂ, ਕਈਆਂ ਦਾ ਅੱਜ ਵੀ ਮੈਂ ਪੇਪਰ 'ਤੇ ਦੇਖ ਰਿਹਾ ਵੀ ਪਰਿਵਾਰ ਨੇ 25 ਲੱਖ ਰੁਪਏ ਦੇ ਕੇ ਬੱਚੀ ਨੇ ਜਾਣਾ ਸੀਗਾ ਤੇ ਹੁਣ ਉਹਨਾਂ ਦਾ ਇਸ ਤਰ੍ਹਾਂ ਪ੍ਰੋਬਲਮ, ਕਈ ਇਸ ਕਿਸਮ ਦੇ ਬੱਚਿਆਂ ਦੀ ਪਰੇਸ਼ਾਨੀਆਂ ਹੋਣਗੀਆਂ, ਉਹਨਾਂ ਦੀ ਚਿੰਤਾਵਾਂ ਨੂੰ ਐਡਰੈਸ ਕੀਤਾ ਜਾ ਸਕੇ। ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਟਰੂਡੋ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਟਰੂਡੋ ਨੇ ਵੋਟਾਂ ਦੇ ਧਰੁਵੀਕਰਨ ਦੇ ਲਈ ਇਹ ਬਿਆਨ ਦਿੱਤਾ ਹੈ ਤੇ ਵੋਟਾਂ ਦੇ ਲਈ ਪ੍ਰਾਪੇਗੰਡਾ ਚਲਾਇਆ ਜਾ ਰਿਹਾ ਹੈ। ਟਰੂਡੋ ਦੇ ਬਿਆਨ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿ ਇਹ ਪ੍ਰਧਾਨ ਮੰਤਰੀ ਦੀ ਕੱਦ ਦਾ ਬਿਆਨ ਨਹੀਂ ਹੈ ਔਰ ਬੇਹੱਦ ਗਲਤ ਉਹਨਾਂ ਨੇ ਇਹ ਬਿਆਨ ਦਿੱਤਾ। ਕਦੇ ਕਦੇ ਮੈਨੂੰ ਰਾਜਨੀਤਿਕ ਦੀ ਇਹਦੇ ਵਿੱਚੋਂ ਬੋ ਵੀ ਨਜ਼ਰ ਆਉਂਦੀ ਹੈ ਕਿ ਇਲੈਕਸ਼ਨ ਆ ਗਿਆ, ਦਿਸ ਇਜ਼ ਆਲ ਜਿਹੜਾ ਦੇਸ਼ ਦੇ ਵਿੱਚ ਹੋਇਆ ਪੋਲਰਾਈਜੇਸ਼ਨ ਕਰਨ ਦਾ ਅੱਜ ਕੱਲ੍ਹ ਕੰਮ ਚੱਲਦਾ, ਕੋਈ ਹਿੰਦੂ ਦੀ ਗੱਲ ਕਰਦਾ, ਕੋਈ ਮੁਸਲਮਾਨ ਦੀ ਗੱਲ ਕਰਦਾ, ਕੋਈ ਸਿੱਖ ਦੀ ਗੱਲ ਕਰਦਾ ਹੈ। ਸੋ ਮੈਨੂੰ ਲੱਗਦਾ ਕਿ ਇਹ ਪੂਰੀ ਦੁਨੀਆ ਦੇ ਲੋਕ ਬਿਕੋਜ਼ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ, ਹਿੰਦੁਸਤਾਨ ਤੋਂ ਇਹ ਗੱਲ ਸਿੱਖ ਗਏ ਕਿ ਸਾਨੂੰ ਵੀ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਨੀ ਚਾਹੀਦੀ ਇੱਕ ਤਰਫਾ ਹੋ ਕੇ। ਜ਼ਿਕਰਯੋਗ ਹੈ ਕਿ ਵਿਵਾਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਸ ਬਿਆਨ ਤੋਂ ਸ਼ੁਰੂ ਹੋਇਆ, ਜਿਸ ਦੇ ਵਿੱਚ ਉਹਨਾਂ ਅੱਤਵਾਦੀ ਨਿੱਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਇਲਜ਼ਾਮ ਲਗਾਇਆ ਤੇ ਭਾਰਤੀ ਡਿਪਲੋਮੈਟ ਨੂੰ ਕੈਨੇਡਾ ਤੋਂ ਬਾਹਰ ਕਰ ਦਿੱਤਾ, ਜਿਸ ਤੇ ਭਾਰਤ ਨੇ ਵੀ ਵੱਡਾ ਐਕਸ਼ਨ ਲੈਂਦਿਆਂ ਕੈਨੇਡਾ ਦੇ ਡਿਪਲੋਮੈਟ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਤੇ ਵਿਵਾਦ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। उधर भारत कनाडा विवाद से अमेरिका के विदेश मंत्री का बड़ा बयान आया है। US के विदेश मंत्री एंटनी ब्लिंकन बोले ने कि कैनेडियन PM ट्रूडो के इल्जाम तो बेहद चिंतित हाँ। US का कहना है ਅਸੀਂ ਭਾਰਤ ਤੇ ਕੈਨੇਡਾ ਦੇ ਨਾਲ ਸੰਪਰਕ ਦੇ ਵਿੱਚ ਹਾਂ, ਟਰੂਡੋ ਦੇ ਵੱਲੋਂ ਦਾਇਰ ਇਲਜ਼ਾਮਾਂ ਦੀ ਜਾਂਚ ਹੋਣੀ ਜ਼ਰੂਰੀ ਹੈ। ਤਾਂ US ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਜੋ ਇਲਜ਼ਾਮ ਲਗਾਏ ਗਏ ਨੇ PM ਜਸਟਿਨ ਟਰੂਡੋ ਦੇ ਵੱਲੋਂ, ਤਾਂ ਇਸ ਤੋਂ ਉਹ ਬੇहद ਚਿੰਤਿਤ ਨੇ ਔਰ ਅਸੀਂ ਭਾਰਤ ਤੇ ਕੈਨੇਡਾ ਦੇ ਨਾਲ ਸੰਪਰਕ ਦੇ ਵਿੱਚ ਹਾਂ, ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਟਰੂਡੋ ਦੇ ਵੱਲੋਂ ਲਾਏ ਇਲਜ਼ਾਮਾਂ ਦੀ ਜਾਂਚ ਹੋਣੀ ਜ਼ਰੂਰੀ ਹੈ। We are deeply concerned about the allegations that Prime Minister Trudeau has raised. We have been consulting throughout very closely with our Canadian colleagues, and not just consulting, coordinating with them on this issue. And from our perspective, it is critical that the Canadian investigation proceed, and it would be important that India work with the Canadians on this investigation. We want to see accountability. And it's important that the investigation run its course and lead to that result. I'm not going to characterize or otherwise speak to diplomatic conversations that we've been engaged directly with
the Indian government as well. And again, I think the most productive thing that can happen now is to see this investigation move forward, be completed, and we would hope that our Indian friends would cooperate with that investigation as well. More broadly, and you've heard me speak to this, we are extremely vigilant about any instances of alleged transnational repression, something we take very, very seriously. And I think it's important more broadly for the international system that any country that might consider engaging in such acts not do so. So it's something that we're also focused on in. ਉਧਰ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਵਧੇ ਤਣਾਅ ਦਾ ਅਸਰ ਪੰਜਾਬ ਦੇ ਵਿੱਚ ਦਿਖ ਰਿਹਾ ਹੈ ਤਾਂ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੇ ਵੀਜ਼ਾ ਨੂੰ ਲੈ ਕੇ ਫਿਕਰਮੰਦ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਤਾਂ ਕੈਨੇਡਾ ਦੇ ਵਿੱਚ ਮਿਨੀ ਪੰਜਾਬ ਹੈ ਅਸੀਂ ਸਭ ਜਾਣਦੇ ਹਾਂ ਔਰ ਕੁੱਲ ਆਬਾਦੀ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਦਿਖਾ ਰਹੇ ਹਾਂ ਕਿ ਆਖਰਕਾਰ ਕੁੱਲ ਆਬਾਦੀ ਕਿੰਨੀ ਹੈ ਔਰ ਪੰਜਾਬੀ ਉੱਥੇ ਕਿੰਨੇ ਉਸ ਹਿਸਾਬ ਦੇ ਨਾਲ ਰੇਸ਼ੋ ਦੇ ਹਿਸਾਬ ਦੇ ਨਾਲ ਵਸਦੇ ਨੇ ਪੰਜਾਬੀ ਸਟੂਡੈਂਟਸ ਉੱਥੇ ਕਿੰਨੇ ਨੇ ਔਰ ਪੰਜਾਬੀ ਸੰਸਦ ਦੀ ਗਿਣਤੀ ਕਿੰਨੀ ਹੈ ਤਾਂ ਇਹ ਕੈਨੇਡਾ ਦੀ ਪਿਕਚਰ ਹੈ ਇਸ ਵੇਲੇ ਜੋ ਤਸਵੀਰ ਹੈ ਕਿਉਂਕਿ ਜਿਸ ਤੋਂ ਬਾਅਦ ਹੁਣ ਵਾਕਈ ਜਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਆਪਣੇ ਜਿਹੜੇ ਉੱਥੇ ਵਸਦੇ ਲੋਕ ਨੇ ਉਹਨਾਂ ਦੇ ਲਈ ਫਿਲਹਾਲ ਦੇ ਲਈ ਐਂਟਰੀ ਜਿਹੜੀ ਹੈ ਭਾਰਤ ਦੀ ਬੈਨ ਕੀਤੀ ਹੋਈ ਹੈ ਕਹਿ ਲਈਏ ਕਿ ਫਿਲਹਾਲ ਰੋਕ ਲਗਾਈ ਹੋਈ ਹੈ ਜਿਸ ਤੋਂ ਬਾਅਦ ਜਿਹੜੇ ਭਾਰਤ ਤੋਂ ਜਾਣਾ ਚਾਹੁੰਦੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਜਿਹੜੇ ਬੱਚੇ ਨੇ ਤਿਆਰੀ ਕਰ ਰਹੇ ਨੇ ਜਾਣ ਦੀ ਤਾਂ ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਉਹਨਾਂ ਦੇ ਦਿਲਾਂ ਦੇ ਵਿੱਚ ਸਵਾਲ ਹੈ ਉਹ ਕਾਫੀ ਜ਼ਿਆਦਾ ਫਿਕਰਮੰਦ ਹੋ ਰਹੇ ਨੇ ਕਿਉਂਕਿ ਇਸ ਵੇਲੇ ਜੇਕਰ ਗੱਲ ਕੀਤੀ ਜਾਵੇ ਸਥਿਤੀ ਦੀ ਤਾਂ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਕਿ ਤਣਾਅਪੂਰਨ ਬਣੀ ਹੋਈ ਹੈ ਜਿਸ ਤਰੀਕੇ ਦੇ ਨਾਲ ਸਟੇਟਮੈਂਟਸ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਪੀਐਮ ਨੇ ਫਿਰ ਤੋਂ ਦੁਹਰਾ ਦਿੱਤਾ ਉਹਨਾਂ ਨੇ ਫਿਰ ਤੋਂ ਕਿਹਾ ਹੈ ਕਿ ਇਲਜ਼ਾਮ ਵਾਕਈ ਗੰਭੀਰ ਨੇ ਔਰ ਉਹਨਾਂ ਨੇ ਜੇਕਰ ਇਹ ਲਗਾਏ ਨੇ ਤਾਂ ਉਸ ਦੇ ਪਿੱਛੇ ਕੋਈ ਵਜ੍ਹਾ ਹੈ ਤਾਂ ਹੁਣ ਜਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਹਰ ਇੱਕ ਜਿਹੜਾ ਉਹ ਸਟੂਡੈਂਟ ਜਿਹੜਾ ਤਿਆਰੀ ਕਰ ਰਿਹਾ ਹੈ ਜਿਸ ਨੂੰ ਲੱਗਦਾ ਹੈ ਕਿ ਉਸਨੇ ਤਿਆਰੀ ਕਰਨ ਤੋਂ ਬਾਅਦ ਜਿਹੜਾ ਹੈ ਉਹ ਆਪਣੀ ਫਾਈਲ ਲਗਾਉਣੀ ਸੀ ਤਾਂ ਹਰ ਕੋਈ ਚਿੰਤਤ ਔਰ ਸਭ ਤੋਂ ਵੱਡਾ ਸਵਾਲ ਇਹੀ ਹੁੰਦਾ ਕਿਉਂਕਿ ਗੈਪ ਜ਼ਿਆਦਾ ਪੈ ਜਾਂਦਾ ਔਰ ਗੈਪ ਨੂੰ ਲੈ ਕੇ ਸਟੂਡੈਂਟ ਜਿਹੜੇ ਨੇ ਉਹ ਕਾਫੀ ਚਿੰਤਾ ਦੇ ਵਿੱਚ ਨੇ खुशी क्या कर रहे हैं पीटी किस तरह से देखते हैं जो सिचुएशन अभी रिलेशन इंडिया कनाडा का रिलेशन है कहीं ना कहीं जो स्टूडेंट्स हैं आप लगातार कॉन्टिन्यूस पढ़ाई कर रहे हैं कैसे देखते हैं सर जैसे अभी कनाडा ने वीज़ा के लिए मना कर दिया है या फिर इन फ्यूचर वो मना कर देगा तो जो हमारा गैप है वो कवर नहीं हो पाएगा और इन फ्यूचर हमारी जो हर्डल्स है वो ज़्यादा बढ़ जाएंगे परमानेंट जो भी टेम्परेरी है ठीक है तो यानी कि टेंस है इस चीज़ को लेके आपके पेरेंट्स को भी आपको यस सर ठीक है तो कई चीज़ें हैं जैसे इन्होंने बताया ਤੁਸੀਂ ਕੀ ਕਰ ਰਹੇ ਹੋ ਪੀਟੀ ਕਰ ਰਹੇ ਹਾਂ ਠੀਕ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਰਿਲੇਸ਼ਨਸ ਨੂੰ ਲੈ ਕੇ ਹੁਣ ਸੋਸ਼ਲ मीडिया ਤੇ ਜਾਂ ਰਿਪੋਰਟਸ ਜਿਹੜੀ ਸਾਹਮਣੇ आ रही है इससे ये होता है कि जो लोगों के मतलब जो स्टूडेंट के जो फ्यूचर थे वो फ्यूचर मतलब उनके दाव पे लग गए हैं और वो मतलब इन फ्यूचर अगर वो सोच भी रहे थे कनाडा में जाने के लिए तो वो रिस्ट्रिक्शन की करके वो जा नहीं पाएंगे तो मतलब बहुत ज़्यादा स्टूडेंट है जैसे चंडीगढ़ पंजाब में है वो ज़्यादातर पीटी आईएलटीएस करते हैं फॉर कनाडा जाने के लिए तो उनके लिए रुकावट आ गई इस चीज़ के लिए तो ये ਯਾਨੀ ਕਿ ਟੈਂਸ ਦੀ ਗੱਲ ਹੈ ਕਿਉਂਕਿ ਸਟੂਡੈਂਟਸ ਨੂੰ ਲੈ ਕੇ ਕਈ ਚੀਜ਼ਾਂ ਦਾ ਜੇ ਅਸੀਂ ਗੱਲ ਕਰੀਏ ਹਾਂਜੀ ਤੁਸੀਂ ਕੀ ਸੋਚਦੇ ਹੋ ਜਿਵੇਂ ਕਿ ਅੱਜ ਕੱਲ੍ਹ ਆਪਾਂ ਜਾਣਦੇ ਕਿ ਹਰ ਬੱਚੇ ਦਾ ਇੱਕ ਡ੍ਰੀਮ ਹੈਗਾ ਕੈਨੇਡਾ ਵਿੱਚ ਜਾ ਕੇ ਕੁਛ ਨਾ ਕੁਛ ਬਣਨ ਦਾ ਜਾਂ ਕੁਛ ਨੌਲੇਜ ਲੈਣ ਦਾ ਜਾਂ ਕੁਛ ਸਟੱਡੀ ਕਰਨ ਦਾ ਜੇ ਉਹ ਬੱਚੇ ਨੂੰ ਇਹ ਦਿੱਕਤ ਆ ਗਈ ਤਾਂ ਉਹ ਇਸ ਚੀਜ਼ ਨੂੰ ਕਵਰ ਅਪ ਨਹੀਂ ਕਰ ਪਾਉਣਗੇ ਜੋ ਕਿ ਉਹਨਾਂ ਵਾਸਤੇ ਬਹੁਤ ਵੱਡੀ ਪ੍ਰੋਬਲਮ ਹੋ ਜੂਗੀ ਤਾਂ ਕਰਕੇ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਇਹ ਚੀਜ਼ ਨੂੰ ਰੋਕ ਦੇਣਾ ਚਾਹੀਦਾ ਤੇ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਤਾਂ ਬਿਲਕੁਲ ਕਈ ਵਿਊਜ਼ ਨੇ ਜਿਸ ਤਰ੍ਹਾਂ ਸਰ ਨੇ ਵੀ ਦੱਸਿਆ ਕਈ ਪੁਆਇੰਟਸ ਤੇ ਸਟੂਡੈਂਟਸ ਦਾ ਵੀ ਕੀ ਇਹਦੇ ਵਿੱਚ ਰਾਏ ਹੈ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਹਾਲਾਂਕਿ ਇੰਡੀਆ ਤੇ ਕੈਨੇਡਾ ਦਾ ਜਿਹੜਾ ਰਿਲੇਸ਼ਨ ਹੈ ਕਈ ਬਿਆਨਬਾਜ਼ੀ ਹੋਈ ਹੈ ਲੇਕਿਨ ਦੂਜੇ ਪਾਸੇ ਕਈ ਪੇਰੈਂਟਸ ਨੇ ਹੋਰ ਵੀ ਸਟੂਡੈਂਟਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਤੁਸੀਂ ਕੀ ਕਰ ਰਹੇ ਹੋ ਪੀਟੀ ਕਰ ਰਹੇ ਹਾਂ ਇਹ ਜਿਹੜੀ ਸਾਰੀ ਚੀਜ਼ਾਂ ਹੋ ਰਹੀਆਂ ਤੁਹਾਡੇ ਪੇਰੈਂਟਸ ਲਗਾਤਾਰ ਤੁਸੀਂ ਪੜ੍ਹ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਇਹ ਬਹੁਤ ਹੀ ਡਿਫਿਕਲਟ ਹੈ ਸਾਡਾ ਫਿਊਚਰ ਡਿਸਟਰੋਏ ਹੋ ਜਾਏਗਾ ਇਸ ਹਿਸਾਬ ਤੇ ਤਾਂ ਮਤਲਬ ਕਿਸੇ ਨਾ ਕਿਸੇ ਮਨ 'ਚ ਥੋੜਾ ਜਿਹਾ ਚਿੰਤਾ ਹੈਗੀ ਕਿਉਂਕਿ ਇੰਨੀ +2 ਵਿੱਚ ਵੀ ਬੜੀ ਔਖੀ ਪੜ੍ਹਾਈ ਕਰੀ ਹੈ ਜੀ ਪੂਰੀ ਤੇ ਹੁਣ ਇੱਥੇ ਪੀਟੀ ਵਿੱਚ ਵੀ ਆਪਣਾ ਅੱਗੇ ਕੋਈ ਸਕੋਪ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਨੇ ਵੀਜ਼ੇ ਬੰਦ ਕਰਤੇ ਇਸ ਲਈ ਬਹੁਤ ਔਖਾ ਹੋਇਆ ਹੈ ਜੀ ਅੱਛਾ ਹਾਂਜੀ ਹਾਂਜੀ ਸਰ ਜਿੱਦਾਂ ਸਾਡਾ ਸ਼ੁਰੂ ਤੋਂ ਡ੍ਰੀਮ ਸੀ ਵੀ ਅਸੀਂ ਕੈਨੇਡਾ 'ਚ ਜਾਈਏ ਹੈ ਨਾ ਉੱਥੇ ਆਪਣੀ ਫੈਮਿਲੀ ਬੁਲਾਈਏ ਸਭ ਕੁਝ ਕਰੀਏ ਤੇ ਹੁਣ ਜਿੱਦਾਂ ਦੇ ਹਾਲਾਤ ਹੋ ਰਹੇ ਨੇ ਤੇ ਸਾਨੂੰ ਇਹ ਦਿਖ ਰਿਹਾ ਕਿ ਸਾਡਾ ਜਿਵੇਂ ਫਿਊਚਰ ਖਰਾਬ ਹੋ ਰਿਹਾ ਇਹ ਸਭ ਠੀਕ ਹੈ
हाँ जी। ये काफ़ी ज़्यादा डिफ़िकल्ट है जब हम बात करते हैं कि स्टूडेंट्स की फ्यूचर की, क्योंकि अभी ये कंफर्मेशन नहीं है कि अभी बैन कर दिया गया और रिस्ट्रिक्शन लगाया हुआ इंडियन स्टूडेंट पे। अभी हो सकता है इन फ्यूचर अगर ऐसा हो जाए, ये काफ़ी ज़्यादा डिफ़िकल्ट हो जाएगा, बिकॉज ऑफ पूरे जितने भी इंडियन जनरेशन से फोकस कर रहे हैं अब्रॉड की ओर, लाइक फर्स्ट ऑप्शन होते कनाडा ही, तो ये काफ़ी ज़्यादा डिफ़िकल्ट हो जाएगा फॉर एवरी स्टूडेंट्स। चल मैं डर तो लगता ही है क्योंकि पहली बार जा रहे पहली बार जा रहे हैं, पहली बार सिक्ख्या मंत्री जी का। फिर कनाडा का वीज़ा भी इतना इजी नहीं है, क्योंकि हमारे यहाँ पे अगर आप देखोगे तो मोस्ट ऑफ द टाइम्स यही होता है कि जो बच्चे हैं वो अमेरिका या कनाडा के लिए ही ट्राई करते हैं, तो कंपटीशन ऑलरेडी इतना ज़्यादा है, ऊपर से अगर कोई मतलब इन दो कंट्रीज़ के बीच में अगर कोई भी कंट्रोवर्सी क्रिएट होती है तो उससे डायरेक्ट इफेक्ट हमें पड़ेगा। क्योंकि अब जैसे हमने देखा कि अभी कल ही न्यूज़ आई है कि वीज़ाज़ भी उन्होंने कैंसिल कर दिए अभी तक, तो वो स्टॉप ਤੇ ਇੰਨਾ ਭਰੋਸਾ ਜਤਾਇਆ। ਕਿਵੇਂ ਚੋਣ ਕਿਵੇਂ ਹੁੰਦੀ ਹੈ, ਕਿਵੇਂ ਸਿਲੈਕਸ਼ਨ ਕਿਵੇਂ ਹੁੰਦੀ ਹੈ, ਮੈਰਿਟ ਬੇਸਿਸ ਤੇ ਕਿਵੇਂ ਅਗਰ ਸਮਝਣਾ ਚਾਹੀਏ ਕਿ ਕ੍ਰਾਈਟੇਰੀਆ ਰੱਖਿਆ ਗਿਆ, ਇਹਦੇ ਚ ਸਾਡੀ ਹਾਇਰ ਕੁਆਲੀਫਿਕੇਸ਼ਨ, ਸਾਡੇ ACR ਦੇ ਮਾਰਕਸ, ਸਾਡੀ ਕੋਈ ਐਕਸਟਰਾ ਡਿਪਲੋਮਾ ਜਾਂ ਕੋਈ ਅਵਾਰਡ ਮਿਲਿਆ, ਉਹਦੇ ਬੇਸਿਸ ਤੇ ਜਿਹੜੀ ਹੈ ਉਹ ਸਿਲੈਕਸ਼ਨ ਹੁੰਦੀ ਹੈ ਔਰ ਬਿਲਕੁਲ ਟਰਾਂਸਪੇਰੈਂਟ ਦੀ ਸਿਲੈਕਸ਼ਨ ਹੋਈ ਹੈ। ਅਸੀਂ ਆਨਲਾਈਨ ਅਪਲਾਈ ਕੀਤਾ, ਉਹਦੇ ਬਾਅਦ ਆਪਣੇ ਆਪ ਲਿਸਟ ਵਿੱਚ ਸਾਡਾ ਨਾਮ ਆ ਗਿਆ। ਕੋਈ ਵੀ ਹੋਰ ਪ੍ਰਿੰਸੀਪਲ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਕਿੰਨਾ ਕੁ ਅਸਰ ਪਏਗਾ, ਕੀ ਕੁਝ ਤੁਹਾਨੂੰ ਲੱਗਦਾ ਹੈ ਕਿ ਸਿੰਗਾਪੁਰ ਤੋਂ ਸਿੱਖਣ ਨੂੰ ਮਿਲ ਸਕਦਾ ਵਾ ਔਰ ਜਿਹੜਾ ਤੁਹਾਨੂੰ ਇਸ ਦਾ ਲਾਹਾ ਮਿਲੇਗਾ? ਸਰ ਪੂਰੇ ਵਰਲਡ ਦੇ ਵਿੱਚ ਜਿਹੜਾ ਸਿੰਗਾਪੁਰ ਦਾ ਐਜੂਕੇਸ਼ਨ ਸਿਸਟਮ ਹੈ ਮੰਨਿਆ ਹੋਇਆ, ਤੇ ਆਪਣਾ ਇੰਡੀਅਨ ਸਿਸਟਮ ਜਿਹੜਾ ਵਾ ਬਹੁਤ ਵਧੀਆ, ਬਟ ਇੱਕ ਹਾਈਬ੍ਰਿਡ ਸਿਸਟਮ ਬਣੇਗਾ। ਜਿਹੜੀ ਚੀਜ਼ ਚੰਗੀ ਹੋਏਗੀ ਉੱਥੇ ਉਹ ਸਿੱਖ ਕੇ ਇੱਥੇ ਲਾਗੂ ਹੋਏਗੀ, ਜਿਹੜੀ ਆਪਣੀ ਚੰਗੀ ਚੀਜ਼ ਹੈ ਉਹਨੂੰ ਮੇਨਟੇਨ ਰੱਖਾਂਗੇ ਨਾਲ ਅਸੀਂ, ਸੋ ਬੱਚਿਆਂ ਵਾਸਤੇ ਲਾਹੇਵੰਦ ਹੋਏਗਾ। ਬੱਚਿਆਂ ਨੂੰ ਕੀ ਲੱਗਦਾ ਕਿ ਕਿਹੜੀ ਚੀਜ਼ ਤੁਸੀਂ ਐਕਸਟਰਾ ਜਿਹੜੀ ਇਸ ਟ੍ਰੇਨਿੰਗ ਤੋਂ ਬਾਅਦ ਪੜ੍ਹਾ ਸਕੋਗੇ? ਸਰ ਐਕਚੁਅਲੀ ਇੰਡੀਅਨ ਸਿਸਟਮ ਦੇ ਵਿੱਚ ਪੜ੍ਹਾਉਣ ਵੱਲ ਜ਼ੋਰ ਜ਼ਿਆਦਾ ਵਾ, ਤੇ ਜਿਹੜਾ ਸਿੰਗਾਪੁਰ ਮਾਡਲ ਹੈਗਾ ਉਹ ਬੱਚਿਆਂ ਦਾ ਆਪਣਾ ਸਿਸਟਮ ਹੈ ਜਿਹਦੇ ਵਿੱਚ ਬੱਚਾ ਆਪਣੇ ਆਪ ਕਰਕੇ ਸਿੱਖਦਾ ਹੈ, ਉਹ ਚੀਜ਼ ਬੱਚੇ ਸੇ ਲਾਹੇਵੰਦ ਜ਼ਿਆਦਾ ਹੋ ਸਕਦੀ ਹੈ। ਠੀਕ ਹੈ, ਕੁਝ ਹੋਰ ਪ੍ਰਿੰਸੀਪਲ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਸਰ ਤੁਸੀਂ ਕਿਹੜੀ ਜਗ੍ਹਾ ਤੋਂ ਹੋ? ਇਹ ਜਿਹੜਾ ਸਿੰਗਾਪੁਰ ਮਾਡਲ ਸਿੱਖਣ ਜਾ ਰਹੇ ਹੋ, ਕਿੰਨੀ ਕੁ ਐਕਸਾਈਟਮੈਂਟ ਹੈ ਔਰ ਕੀ ਲੱਗਦਾ ਹੈ ਕਿ ਬੱਚਿਆਂ ਨੂੰ ਕੀ ਕੁਝ ਸਿਖਾ ਪਾਓਗੇ? ਬਿਲਕੁਲ ਐਕਸਾਈਟਡ ਹੈਗੇ ਆ, ਕਿਉਂਕਿ ਫਸਟ ਟਾਈਮ ਜਿਹੜਾ ਹੈਗਾ ਇੰਟਰਨੈਸ਼ਨਲ ਐਕਸਪੋਜ਼ਰ ਜਿਹੜਾ ਹੈਗਾ ਪੰਜਾਬ ਦੇ ਪ੍ਰਿੰਸੀਪਲਸ ਨੂੰ ਦਿੱਤਾ ਜਾ ਰਿਹਾ ਹੈਗਾ। ਉਹਦੇ ਲਈ ਹੈ 5th ਐਂਡ 6th ਬੈਚ ਹੈਗਾ, ਬਟ ਲੇਕਿਨ ਇਸ ਸਰਕਾਰ ਦਾ ਜਿਹੜਾ ਹੈਗਾ ਉਪਰਾਲਾ ਬਹੁਤ ਹੀ ਵਧੀਆ ਹੈਗਾ, ਜਿਸ ਕਾਰਨ ਆਪਾਂ ਜਿਹੜੇ ਹੈਗੇ ਸਿੰਗਾਪੁਰ ਵਰਗੇ ਦੇਸ਼ ਦੀ ਜਿਹੜਾ ਸਿੱਖਿਆ ਮਾਡਲ ਹੈਗਾ ਉਹਨੂੰ ਆਪਾਂ ਇੱਥੇ ਲਾਗੂ ਕਰ ਪਾਵਾਂਗੇ। ਠੀਕ ਹੈ, ਜਿਹੜੀ ਸਿਲੈਕਸ਼ਨ ਹੋਈ ਤੁਹਾਡੀ, ਸਿਲੈਕਸ਼ਨ ਦਾ ਕ੍ਰਾਈਟੇਰੀਆ ਕੀ ਸੀਗਾ? ਫ੍ਰੀ ਐਂਡ ਫੇਅਰ ਸਿਲੈਕਸ਼ਨ ਸੀ ਸਰ। ਕਿਵੇਂ ਅਗਰ ਕਿਸੇ ਪ੍ਰਿੰਸੀਪਲ ਨੇ ਅਪਲਾਈ ਕਰਨਾ ਹੋਵੇ ਕਿਵੇਂ? ਆਨਲਾਈਨ ਅਪਲਾਈ ਕੀਤਾ ਗਿਆ ਸੀਗਾ, ਤੇ ਉਸ ਤੋਂ ਬਾਅਦ ਆਨਲਾਈਨ ਐਪਲੀਕੇਸ਼ਨਾਂ ਜਦੋਂ ਸਬਮਿਟ ਹੋਈਆਂ, ਉਹਨਾਂ ਚੋਂ ਕ੍ਰਾਈਟੇਰੀਆ ਬਣਾਇਆ ਗਿਆ ਜਿਹਦੇ ਚ ਵੱਖ-ਵੱਖ ਪ੍ਰਾਪਤੀਆਂ ਦੇ ਵੱਖ-ਵੱਖ ਨੰਬਰ ਸੀਗੇ। ਕੀ ਦੇਖਿਆ ਜਾਂਦਾ ਹੈ, ਕੀ ਸਿਲੈਕਸ਼ਨ ਵਾਸਤੇ? ਹਾਂਜੀ, ਐਕਸਪੀਰੀਅੰਸ ਕਿੰਨਾ ਹੈ, ਕੋਈ ਅਵਾਰਡ ਵਗੈਰਾ ਮਿਲਿਆ ਹੋਇਆ ਕਿ ਨਹੀਂ ਮਿਲਿਆ ਹੋਇਆ। ਤੁਸੀਂ ਕਿਹੜੀ ਜਗ੍ਹਾ ਤੋਂ? ਮੈਂ ਭਲਾਈਆਣਾ ਮੁਕਤਸਰ ਤੋਂ। ਤੇ ਕਿੰਨਾ ਲੱਗਦਾ ਤੁਹਾਨੂੰ ਇਹ ਸਿੱਖਣ ਤੋਂ ਬਾਅਦ, ਇਹ ਸਿੰਗਾਪੁਰ ਮਾਡਲ ਤੋਂ ਬਾਅਦ ਫਰਕ ਵਧੀਆ ਹੋਊਗਾ ਸਰ, ਬਹੁਤ ਵਧੀਆ ਹੋਊਗਾ। ਤਾਂ ਹਰੀ ਝੰਡੀ ਇਸ ਵੇਲੇ ਦਿੱਤੀ ਜਾ ਰਹੀ ਹੈ। ਇਹ ਜਿਹੜੇ ਪ੍ਰਿੰਸੀਪਲ ਨੇ, 2 ਬੈਚ ਨੇ, 5ਵਾਂ ਤੇ 6ਵਾਂ ਬੈਚ, 30 ਪ੍ਰਿੰਸੀਪਲ ਦਾ ਬੈਚ ਹੈ ਔਰ ਐਜੂਕੇਸ਼ਨ ਮੰਤਰੀ ਜਿਹੜੇ ਨੇ ਉਹ ਇਸ ਵੇਲੇ ਹਰੀ ਝੰਡੀ ਦੇ ਰਹੇ ਨੇ ਔਰ ਸਿੰਗਾਪੁਰ ਦੇ ਲਈ ਰਵਾਨਾ ਜਿਹੜਾ ਵੈ ਉਹ ਕੀਤਾ ਜਾ ਰਿਹਾ ਵੈ। ਤਸਵੀਰਾਂ ਸਿੱਧੀਆਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਿੰਗਾਪੁਰ ਇੱਕ ਹੋਰ ਬੈਚ ਜਾਣ ਦੇ ਲਈ ਪੂਰੀ ਤਰੀਕੇ ਦੇ ਨਾਲ ਤਿਆਰ ਹੈ। ਤਾਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਉਹ ਇਸ ਵੇਲੇ ਇਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰ ਰਹੇ ਨੇ। ਤਾਂ ਬੈਂਸ ਸਾਹਿਬ ਨਾਲ ਗੱਲਬਾਤ ਵੀ ਕਰ ਲਾਂਗੇ। ਸਿੱਖਿਆ ਹੈ ਸਿੰਗਾਪੁਰ ਰਵਾਨਾ ਹੋ ਰਹੇ ਨੇ 60 ਪ੍ਰਿੰਸੀਪਲ। ਪੰਕਜ ਕਪਾਹੀ ਮੇਰੇ ਸਹਿਯੋਗੀ ਮੌਕੇ ਤੇ ਮੌਜੂਦ ਨੇ, ਗੱਲਬਾਤ ਕਰ ਰਹੇ ਸੀ ਪ੍ਰਿੰਸੀਪਲਸ ਦੇ ਨਾਲ ਔਰ ਤਸਵੀਰਾਂ ਸਿੱਧੀਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਹਰੀ ਝੰਡੀ ਦੇ ਕੇ 60 ਪ੍ਰਿੰਸੀਪਲ ਦਾ ਇਹ ਜਿਹੜਾ ਬੈਚ ਹੈ ਇਸ ਨੂੰ ਰਵਾਨਾ ਕੀਤਾ ਜਾ ਰਿਹਾ ਹੈ।
ਔਰ ਸਿੰਗਾਪੁਰ ਦੇ ਲਈ ਰਵਾਨਾ ਕੀਤਾ ਜਾ ਰਿਹਾ ਹੈ, ਜਿਹੜੇ ਕਿ ਉੱਥੋਂ ਟ੍ਰੇਨਿੰਗ ਲੈ ਕੇ ਆਉਣਗੇ, ਸਿੱਖਿਆ ਲੈ ਕੇ ਆਉਣਗੇ। ਇਸ ਤੋਂ ਪਹਿਲਾਂ ਵੀ ਵੱਖੋ-ਵੱਖ ਬੈਚ ਜਿਹੜੇ ਨੇ ਉਹ ਭੇਜੇ ਗਏ ਨੇ ਔਰ ਹੁਣ ਪ੍ਰਿੰਸੀਪਲਸ ਜਿਹੜੇ ਨੇ ਉਹ 60 ਹੋਰ ਜਾ ਰਹੇ ਨੇ ਤਾਂ ਕਿ ਇਹਨਾਂ ਦੇ ਵੱਲੋਂ ਟ੍ਰੇਨਿੰਗ ਜਿਹੜੀ ਹੈ ਲਈ ਜਾਵੇ ਔਰ ਬਿਹਤਰ ਸਿੱਖਿਆ ਨੀਤੀ ਜਿਹੜੀ ਹੈ ਉਹ ਹੋਰ ਉਸ ਨੂੰ ਦਰੁਸਤ ਕੀਤਾ ਜਾਵੇ ਔਰ ਬੱਚਿਆਂ ਦੇ ਲਈ, ਕਿਉਂਕਿ ਨਵੇਂ ਗੁਰ ਸਿੱਖ ਕੇ ਆਏ ਜਾਣ ਤਾਂ ਕਿ ਉਹਨਾਂ ਦੀ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਹੋਰ ਵਧੀਆ ਢੰਗ ਦੇ ਨਾਲ ਜਿਹੜਾ ਹੈ ਉਹ ਪੜਾਇਆ ਜਾਵੇ। ਤਾਂ ਇਹ ਤਸਵੀਰਾਂ ਸਿੱਧੀਆਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾ ਰਿਹਾ ਹੈ ਔਰ 60 ਪ੍ਰਿੰਸੀਪਲਸ ਦਾ ਬੈਚ ਪ੍ਰਿੰਸੀਪਲਸ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਨੇ। ਉਹਨਾਂ ਨੇ ਦੱਸਿਆ ਹੈ ਕਿ ਕ੍ਰਾਈਟੇਰੀਆ ਬਿਲਕੁਲ ਟਰਾਂਸਪੇਰੈਂਟ ਹੈ ਔਰ ਇਸ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਜਿਹੜੀ ਹੈ ਉਹ ਨਹੀਂ ਆਉਂਦੀ। ਆਨਲਾਈਨ ਤੁਸੀਂ ਅਪਲਾਈ ਕਰੋ, ਤੁਹਾਡੇ ਅਵਾਰਡਸ ਕਿੰਨੇ ਨੇ, ਤੁਹਾਡਾ ਕਿਸ ਤਰੀਕੇ ਦੀ ਪਰਫਾਰਮੈਂਸ ਰਹੀ ਹੈ ਆਪਣੇ ਕਾਰਜਕਾਲ ਦੇ ਦੌਰਾਨ, ਜਦੋਂ ਬਤੌਰ ਤੁਸੀਂ ਪ੍ਰਿੰਸੀਪਲ ਜਦੋਂ ਦਾ ਜੁਆਇਨ ਕੀਤਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿਲੈਕਸ਼ਨ ਹੁੰਦੀ ਹੈ। 60 ਪ੍ਰਿੰਸੀਪਲਸ ਨੇ, ਇਸ ਤੋਂ ਪਹਿਲਾਂ ਵੀ ਬੈਚ ਗਏ ਨੇ ਔਰ ਖੁਦ ਸੀਐਮ ਵੀ ਪਹੁੰਚਦੇ ਰਹੇ ਨੇ ਇਹਨਾਂ ਪ੍ਰਿੰਸੀਪਲਸ ਨੂੰ ਰਵਾਨਾ ਕਰਨ। ਤਾਂ ਅੱਜ ਖੁਦ ਸਿੱਖਿਆ ਮੰਤਰੀ ਪਹੁੰਚੇ ਨੇ। ਹਾਲਾਂਕਿ ਬਰਸਾਤ ਹੋ ਰਹੀ ਹੈ, ਚੰਡੀਗੜ੍ਹ ਦੇ ਵਿੱਚ ਬਰਸਾਤ ਹੋ ਰਹੀ ਹੈ, ਮੀਂਹ ਦੇ ਮੌਸਮ ਦੇ ਬਾਵਜੂਦ ਇੱਥੇ ਖੁਦ ਸਿੱਖਿਆ ਮੰਤਰੀ ਪਹੁੰਚੇ ਨੇ ਔਰ ਸੰਬੋਧਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਣਾ ਹੈ। ਤਿਆਰੀ ਹੈ ਪੂਰੀ ਔਰ ਆਪਣਾ ਜਿਹੜਾ ਜ਼ਿਕਰ ਕਰਨਗੇ, ਦੱਸਣਗੇ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕੋਸ਼ਿਸ਼ ਹੈ ਕਿ ਬਿਹਤਰ ਸਿੱਖਿਆ ਨੀਤੀ ਹੋਵੇ। वो ठीक ठाक करें लाइव जा रहा जी, हिंदी नहीं कर हेलो पहला पंजाबी च करांगे फिर बाद च लेंगे पहला पंजाबी च कर थोड़ी नहीं बस इत्थे पे रहे अपना जी नहीं बस इत्थे जो जी ਅੱਜ ਪੰਜਵਾਂ ਤੇ ਛੇਵਾਂ ਦਾ ਲਾਈਵ ਹੈ ਤੁਸੀਂ ਪੰਜਵਾਂ ਤੇ ਛੇਵਾਂ ਨੰਬਰ ਕਿੰਨੇ ਦਿਨਾਂ ਦੀ ਟ੍ਰੇਨਿੰਗ ਹੋਏਗੀ, ਕੀ ਪ੍ਰੋਸੈਸ ਹੈ? ਚਲੋ ਯਾਰ ਠੀਕ ਹੈ जी जी सर ऑल सेट चुप रहो जी सर। पंजाब ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਦੇ ਹੇਠ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਹੇਠ ਪਿਛਲੇ 1.5 ਸਾਲਾਂ ਤੋਂ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ, ਇਨਕਲਾਬੀ ਤਬਦੀਲੀਆਂ, ਪੰਜਾਬ ਸਿੱਖਿਆ ਕ੍ਰਾਂਤੀ ਹਰ ਰੋਜ਼ ਤੁਸੀਂ ਦੇਖਦੇ ਹੋ, ਚਾਹੇ ਉਹ ਸਕੂਲ ਆਫ ਐਮੀਨੈਂਸ ਹੋਣ, ਚਾਹੇ ਕੱਚੇ ਟੀਚਰਾਂ ਨੂੰ ਰੈਗੂਲਰਾਈਜ਼ ਕਰਨਾ ਹੋਵੇ, ਚਾਹੇ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਬੋਰਡ ਨਤੀਜਾ ਦੇਣਾ ਹੋਵੇ, ਚਾਹੇ ਜੇਈ ਤੇ ਨੀਟ ਦੇ ਵਿੱਚ ਸਭ ਤੋਂ ਸ਼ਾਨਦਾਰ ਰਿਜ਼ਲਟ ਦੇਣਾ ਹੋਵੇ, ਹੋਰ ਬਹੁਤ ਸਾਰੀ ਚੀਜ਼ਾਂ, ਹਰ ਸਕੂਲ ਤੱਕ ਵਾਈਫਾਈ ਪਹੁੰਚਾਉਣਾ, ਹਰ ਸਕੂਲ ਤੱਕ ਚਾਰ ਦੀਵਾਰੀ, ਬੈਂਚੇਸ, ਵਾਸ਼ਰੂਮ, ਜੋ ਪਿਛਲੇ 75 ਸਾਲਾਂ ਤੋਂ ਨਹੀਂ ਹੋਇਆ ਉਹ ਅੱਜ ਪੰਜਾਬ ਦੇ ਵਿੱਚ ਹੋ ਰਿਹਾ, ਜਿਸ ਦੀ ਚਰਚਾ ਅੱਜ ਪੂਰੇ ਦੇਸ਼ 'ਚ ਹੈ। ਇਹਨਾਂ ਦੇ ਵਿੱਚੋਂ ਇੱਕ ਇੰਪੋਰਟੈਂਟ ਫੈਕਟਰ ਸਿੱਖਿਆ ਦੇ ਮਹਿਕਮੇ 'ਚ ਇਹ ਹੁੰਦਾ ਹੈ, ਕਿਸੇ ਵੀ ਸਕੂਲ ਦੇ ਲਈ, ਇਸ ਅਦਾਰੇ ਲਈ ਸਭ ਤੋਂ ਇੰਪੋਰਟੈਂਟ ਟੀਚਰ ਹੁੰਦਾ ਹੈ, ਪ੍ਰਿੰਸੀਪਲ ਹੁੰਦਾ ਹੈ, ਹੈੱਡ ਮਾਸਟਰ ਹੁੰਦਾ ਹੈ, ਹੈੱਡ ਟੀਚਰ ਹੁੰਦਾ ਹੈ। ਤਾਂ ਇਸ ਦੇ ਉੱਤੇ ਸਾਡੀ ਸਰਕਾਰ ਵੱਲੋਂ ਆਪਣੇ ਪ੍ਰਿੰਸੀਪਲਸ ਨੂੰ, ਆਪਣੇ ਹੈੱਡ ਮਾਸਟਰਸ ਨੂੰ, ਆਪਣੇ ਹੈੱਡ ਟੀਚਰਸ ਨੂੰ, ਆਪਣੇ ਟੀਚਰਸ ਨੂੰ ਵਰਲਡ ਕਲਾਸ ਟ੍ਰੇਨਿੰਗ ਦਿਵਾਉਣ ਦਾ ਸਾਡਾ ਇਰਾਦਾ ਸੀ। ਉਸੇ ਦੇ ਤਹਿਤ ਮੈਨੂੰ ਇਹ ਦੱਸਦੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ 5ਵਾਂ ਤੇ 6ਵਾਂ ਬੈਚ ਆਪ ਸਭ ਦੇ ਸਾਹਮਣੇ ਸਿੰਗਾਪੁਰ ਦੇ ਲਈ ਰਵਾਨਾ ਕੀਤਾ ਹੈ। ਟੋਟਲ 72 ਪ੍ਰਿੰਸੀਪਲਸ ਪੰਜਾਬ ਦੇ ਹਰ ਇੱਕ ਕੋਨੇ ਤੋਂ, ਬਠਿੰਡਾ, ਮਾਨਸਾ, ਤਰਨਤਾਰਨ, ਗੁਰਦਾਸਪੁਰ, ਜਲੰਧਰ, ਰੋਪੜ, ਬੈਕਵਰਡ ਜ਼ਿਲ੍ਹਿਆਂ ਤੋਂ ਵੀ, ਜਿੱਥੇ ਬਾਰਡਰ ਦੇ ਜ਼ਿਲ੍ਹੇ, ਜਿੱਥੇ ਹੁਣ ਤੱਕ ਬਹੁਤ ਮਾੜੇ ਹਾਲਾਤ ਸੀ, ਫਾਜ਼ਿਲਕਾ, ਉਹਨਾਂ ਸਕੂਲਾਂ ਦੇ ਪ੍ਰਿੰਸੀਪਲਸ ਨੂੰ ਵੀ ਅਸੀਂ ਦੁਨੀਆ ਦੇ ਵਿੱਚ ਜਿਨ੍ਹਾਂ ਸੰਸਥਾਨਾਂ ਦਾ ਨਾਮ ਹੈ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਇੰਟਰਨੈਸ਼ਨਲ NIE, ਜਿਸ ਨੂੰ ਵਰਲਡ ਰਿਨੋਨਡ ਇੰਸਟੀਟਿਊਸ਼ਨ ਹੈ, ਇੱਥੇ 5 ਦਿਨ ਦੀ ਟ੍ਰੇਨਿੰਗ ਹੋਊਗੀ, ਜਿਹਦੇ ਵਿੱਚ ਸਕੂਲ ਲੀਡਰਸ਼ਿਪ, ਇੱਕ ਪ੍ਰਿੰਸੀਪਲ ਦਾ ਕੰਮ ਹੈ ਕਿਵੇਂ ਇਕੱਲਾ ਪੜ੍ਹਾਉਣਾ ਨਹੀਂ, ਇੱਕ ਸਕੂਲ ਲੀਡਰਸ਼ਿਪ ਹੁੰਦੀ ਹੈ। ਆਪਣੇ ਆਪ ਸਕੂਲ ਦੇ ਵਿੱਚ ਬਹੁਤ ਸਾਰੇ ਟੀਚਰਸ ਨੇ, ਕੋਲੀਗ ਨੇ, ਬੱਚੇ ਨੇ, ਬਹੁਤ ਸਾਰੇ ਐਲੀਮੈਂਟਸ ਹੁੰਦੇ ਨੇ। ਤਾਂ ਸਕੂਲ ਲੀਡਰਸ਼ਿਪ ਦੇ ਉੱਤੇ ਨਵੇਂ ਦੁਨੀਆ ਦੇ ਵਿੱਚ ਕੀ ਨਵੇਂ ਚੇਂਜਸ ਆ ਰਹੇ ਗਲੋਬਲ ਐਜੂਕੇਸ਼ਨ ਉੱਤੇ, ਉਹਦੇ ਬਾਰੇ ਤੇ ਆਪਸੀ ਕੋਆਰਡੀਨੇਸ਼ਨ ਦੇ ਬਾਰੇ 5 ਦਿਨ ਦੀ ਟ੍ਰੇਨਿੰਗ ਹੋਊਗੀ। ਇਸ ਦੇ ਨਾਲ ਹੀ, ਇਸ ਬੈਚ ਦੇ ਜਾਣ ਦੇ ਨਾਲ ਹੁਣ ਤੱਕ 1.5 ਸਾਲਾਂ ਦੇ ਵਿੱਚ 300 ਟੀਚਰਸ, ਜਿਨ੍ਹਾਂ ਵਿੱਚੋਂ 200 ਪ੍ਰਿੰਸੀਪਲਸ, ਬੜੀ ਖੁਸ਼ੀ ਹੈ 200 ਪ੍ਰਿੰਸੀਪਲਸ, ਇਸ ਵਕਤ ਪੰਜਾਬ ਦੇ ਵਿੱਚ ਤਕਰੀਬਨ 1200 ਪ੍ਰਿੰਸੀਪਲ ਹੈ, ਉਹਨਾਂ ਦੇ ਵਿੱਚੋਂ ਇਸ ਦਾ ਮਤਲਬ ਕਿ ਆਲਮੋਸਟ
20% ਤੋਂ ਵੱਧ ਪ੍ਰਿੰਸੀਪਲਸ ਦੀ ਟ੍ਰੇਨਿੰਗ ਜਿਹੜੀ ਹੈ ਉਹ ਮੁਕੰਮਲ ਹੋ ਜੂਗੀ ਤੇ 100 ਹੈਡਮਾਸਟਰਸ 100 ਹੈਡਮਾਸਟਰਸ ਨੂੰ ਅਸੀਂ IIM ਅਹਿਮਦਾਬਾਦ ਭੇਜਿਆ ਸੀ ਤੇ ਇਸ ਤੋਂ ਬਾਅਦ ਸਾਡੀ ਗੱਲਬਾਤ ਚੱਲ ਰਹੀ ਹੈ ਪੰਜਾਬ ਸਕੂਲ ਦੀ ਐਜੂਕੇਸ਼ਨ ਡਿਪਾਰਟਮੈਂਟ ਦੀ ਵਿਦ ਫਿਨਲੈਂਡ ਐਂਡ ਅਦਰ ਕੰਟਰੀਜ਼। ਅਸੀਂ ਆਪਣੇ ਹੈਡ ਟੀਚਰਸ ਨੂੰ ਕਿ ਪ੍ਰਾਇਮਰੀ ਜਿਹੜੀ ਸਿੱਖਿਆ ਹੈ ਉਹ ਦੁਨੀਆ ਦੇ ਵਿੱਚ ਸਭ ਤੋਂ ਬੈਸਟ ਫਿਨਲੈਂਡ ਹੈ, ਉੱਥੇ ਵੀ ਬੈਚ ਭੇਜਾਂਗੇ ਤੇ ਜਿੱਥੋਂ ਵੀ ਹੋਰ ਵੀ। ਤੇ ਇਸ ਦਾ ਜਿਹੜਾ ਜਿਵੇਂ ਮੈਂ ਅੱਗੇ ਵੀ ਆਪ ਜੀ ਨਾਲ ਜ਼ਿਕਰ ਕੀਤਾ ਹੈ, ਬਹੁਤ ਪੋਜ਼ਿਟਿਵ ਚੇਂਜਸ, ਬਹੁਤ ਪੋਜ਼ਿਟਿਵ ਸਟੋਰੀਜ਼, ਇੱਕ ਆਮ ਪੰਜਾਬੀਆਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ 'ਚ ਜਾਗਿਆ ਹੈ। ਮੈਂ ਤੁਹਾਡੇ ਨਾਲ ਅੱਗੇ ਵੀ ਕਿੱਸਾ ਸ਼ੇਅਰ ਕੀਤਾ ਸੀ ਕਿ ਕਿਵੇਂ ਮੇਰੇ ਕੋਲ ਆ ਕੇ ਉਹ ਕਹਿੰਦੇ ਹੈ ਕਿ ਜੀ ਸਿੰਗਾਪੁਰ ਵਾਲੇ ਪ੍ਰਿੰਸੀਪਲ ਵਾਲੇ ਸਕੂਲ 'ਚ ਦਾਖਲਾ ਕਰਾਉਣਾ ਹੈ। ਇਸ ਦੇ ਨਾਲ ਇੱਕ ਕੌਨਫੀਡੈਂਸ ਆਉਂਦਾ ਹੈ। ਹੁਣ ਤੱਕ ਸਰਕਾਰੀ ਸਕੂਲਾਂ ਦੇ ਵਿੱਚੋਂ ਸਿਰਫ ਨੈਗੇਟਿਵ ਸਟੋਰੀਜ਼ ਕਿ ਜੀ ਆਹ ਹੋ ਗਿਆ, ਪਰ ਹੁਣ ਪੋਜ਼ਿਟਿਵ ਸਟੋਰੀਜ਼ ਹੈ ਤੇ ਇੱਕ ਵੱਡਾ ਮੀਲ ਪੱਥਰ ਹੈ। ਤੇ ਐਦਾਂ ਹੀ ਫੋਰਨ ਐਜੂਕੇਸ਼ਨ ਦੀ ਜਿਹੜੀ ਟ੍ਰੇਨਿੰਗ ਉਹ ਵੀ ਚੱਲਦੀ ਰਹੂਗੀ, ਵਿਦੇਸ਼ 'ਚ ਵੀ ਦੇਸ਼ ਵੀ, ਤੇ ਇਸ ਦੇ ਨਾਲ ਹੀ ਬਾਕੀ ਸਾਰੇ ਟੀਚਰਸ ਦੇ ਲਈ ਤਕਰੀਬਨ 1 ਲੱਖ ਟੀਚਰਸ ਹੈ, ਉਹਨਾਂ ਦੇ ਲਈ ਜਿਹੜੀ ਲੋਕਲ ਟ੍ਰੇਨਿੰਗ ਹੈ ਅਸੀਂ ਉਸ ਨੂੰ ਵੀ ਟੋਟਲ ਰੀਵੈਂਪ ਕਰ ਰਹੇ ਹਾਂ, ਉਸ ਨੂੰ ਸਮੇਂ ਦਾ ਹਾਣੀ ਬਣਾ ਰਹੇ ਹਾਂ, ਆਪਣੀ ਡਾਈਟਸ ਨੂੰ ਸਟਰੈਂਥਨ ਕਰ ਰਹੇ ਹਾਂ ਤਾਂ ਕਿ ਜਿਹੜਾ ਟੀਚਰ ਹੋਵੇ ਉਹ ਸਿੱਖ ਸਕੇ, ਨਵੀਂ ਟੈਕਨੀਕ ਸਿੱਖ ਸਕੇ ਤੇ ਬੱਚਿਆਂ ਦੀ ਤੇ ਪੰਜਾਬ ਦੀ ਸੇਵਾ ਕਰ ਸਕੇ ਤੇ ਪੰਜਾਬ ਦਾ ਜਿਹੜਾ ਭਵਿੱਖ ਹੈ ਉਜਵਲ ਹੋ ਸਕੇ। सर कितनी आगे से बढ़ गई है सर एडमिशन सरकारी स्कूलों में? मैं ਤੁਹਾਨੂੰ ਦੱਸ ਦਿੰਦਾ ਜੀ, ਰਿਕਾਰਡ ਜਿਹੜਾ ਦਾਖਲਾ ਜਿਹੜਾ ਵਧਿਆ, ਹਿੰਦੀ 'ਚ ਵੀ ਕਰ ਦਾਂਗੇ, ਰਿਕਾਰਡ ਦਾਖਲਾ ਵਧਿਆ ਜੀ। ਜਿਹੜੀ ਪਹਿਲੀ ਕਲਾਸ ਹੁੰਦੀ ਹੈ ਪ੍ਰੀ ਪ੍ਰਾਇਮਰੀ, 17% ਤੋਂ ਵੱਧ ਦਾਖਲਾ ਪਹਿਲੀ ਵਾਰੀ ਹੋਇਆ ਕਿ ਪ੍ਰੀ ਪ੍ਰਾਇਮਰੀ ਦੇ ਵਿੱਚ ਐਡਮਿਸ਼ਨਸ 2 ਲੱਖ ਦੇ ਫਿਗਰ ਨੂੰ ਕ੍ਰਾਸ ਕੀਤੀਆਂ ਨੇ। ਤੇ ਉਸ ਦੇ ਵਿੱਚ ਵੀ ਖੁਸ਼ੀ ਇਹ ਹੁੰਦੀ ਹੈ ਜਿਹੜੇ ਸਭ ਤੋਂ ਪਿਛਲੇ ਜ਼ਿਲ੍ਹੇ ਸੀ ਸਿੱਖਿਆ ਦੇ ਨਾਮ ਫੀਲਡ ਦੇ ਵਿੱਚ, ਤਰਨਤਾਰਨ, 25% ਤੋਂ ਵੱਧ ਉੱਥੇ ਬੱਚੇ ਵਧੇ ਹੈ। सो एक बड़ी कामयाबी है। पंजाब के सरकारी स्कूलों में रिकॉर्ड इनरोलमेंट इंक्रीज हुआ है। 17%, 17% जो हमारी पहली कक्षा होती है प्री प्राइमरी, उसमें ये इनरोलमेंट इंक्रीज हुआ है, जिससे ये साफ पता लगता है कि पंजाब के लोगों को अब सरकारी स्कूलों पर विश्वास हो गया। और कुछ ऐसे जिले भी हैं, बॉर्डर डिस्ट्रिक्ट्स हैं, जहां मोर देन 25%, मोर देन 25% इंक्रीज है। इसी के साथ पंजाब ने आज तक का सबसे बेस्ट बोर्ड रिजल्ट इस साल दिया है। पंजाब में सबसे शानदार नीट के नतीजे, जेई के नतीजे वो इस साल आए हैं। हमारे बच्चे, हम अकेले अपने टीचर्स को सिंगापुर नहीं भेज रहे, अपने टीचर्स को अहमदाबाद नहीं भेज रहे, हमारे बच्चे, पंजाब इज द ओनली स्टेट अदर देन आंध्र प्रदेश, बिकॉज श्रीहरिकोटा इज इन आंध्र प्रदेश, जो अपने हर लॉन्च में, चाहे वो चंद्रयान का लॉन्च हो, चाहे वो PSLV हो, चाहे आदित्य L1 हो, हर लॉन्च पर हम अपने बच्चों को इसरो भेजते हैं। दिस इज पंजाब इज द ओनली स्टेट। ये एक्सपोजर्स जहां बच्चों को मिल रहे हैं वहीं टीचर्स और प्रिंसिपल्स को मिल रहे हैं। हिंदी चले, हिंदी प्लीज। जैसे आप बोल रहे हैं कि विदेशों में भेज रहे हैं, पंजाब के काफी जो बच्चे हैं वो कनाडा पढ़ने जाते हैं, तो जो अभी सिचुएशन है तो पंजाब के स्टूडेंट्स की यहाँ सेफ्टी सिक्योरिटी के लिए पंजाब गवर्नमेंट इज राइटिंग टू द गवर्नमेंट ऑफ इंडिया और डूइंग समथिंग। डेफिनेटली इसके ऊपर आप मुख्यमंत्री से, मैं आप जी से आप पूछ सकते हैं, बट मैं एक और बहुत इंटरेस्टिंग डाटा आज आपसे के साथ शेयर करना चाहता हूं। जैसे हमारे मुख्यमंत्री जी का जो सपना था कि जो पिछली सरकारों की अनदेखी के कारण पंजाब में उम्मीद खत्म हो गई थी नौजवानों में। आप किसी भी स्कूल में जाता था मैं पिछले साल, तो एक ही बात बच्चे बोलते थे, कनाडा जाना है, ऑस्ट्रेलिया जाना है, यूके जाना है। पर क्योंकि हमारी सरकार ने 36,000 नौकरियां, आज भी हमारे माननीय मुख्यमंत्री नियुक्ति पत्र बांटेंगे, उससे ट्रेंड चेंज हुआ है। और मुझे ये बताते आपको खुशी हो रही है, हमारे हर सरकारी कॉलेज में, हमारी हर सरकारी ITI में, हमारी हर सरकारी यूनिवर्सिटी में रिकॉर्ड एडमिशंस का इंक्रीज हुआ है। जो कॉलेजेस, जो इंजीनियरिंग कॉलेजेस बंद होने की कगार पर आ गए थे, उसमें दोबारा हुआ है। फॉर एग्जाम्पल महाराजा रंजीत सिंह टेक्निकल यूनिवर्सिटी बठिंडा, पिछले 2022 में वहां सिर्फ 700 एडमिशन थी, इस बार एडमिशन ऑलरेडी 1300 को टच कर चुकी हैं, 2 गुनी हो गई हैं। पंजाब के हर सरकारी कॉलेज में, हर सरकारी यूनिवर्सिटी में रिकॉर्ड जो इंक्रीज हुआ है, इससे साफ पता लगता है कि जब आप एजुकेशन को अपनी प्रायोरिटी बनाएंगे और आप रोजगार देंगे, सरकारी रोजगार, प्राइवेट रोजगार, बहुत सारे इन्वेस्टमेंट समिट्स हो रहे हैं, टूरिज्म समिट्स हो रहे हैं, उससे कॉन्फिडेंस आएगा। सो ट्रेंड इज चेंज।
गवर्नर साहब ने फिर से लेटर लिखा है सीएम को कि मैं आरडीएफ का मसला उठाऊंगा, लेकिन पहले आप बताइए कि एक्सपेंडिचर के ऊपर जो खर्चा हो रहा है वो 50,000 करोड़ जो और लोन लिया वो कहाँ लगाया? सी मैं see this is the exchange between our honorable chief minister and governor, so there is an event of chief minister sahab. After some time you can ask him. You're part of the cabinet. You're definitely it's an exchange between two authorities and they can you can ask the chief minister. Second, जो एक मुझे आप आज देखेंगे फॉर्मली नॉन एज ट्विटर अब एक्स हो चुका है, आप जितने ये ऑपोजिशंस के लीडर हैं, मेरा आपको ये एक ओपन चैलेंज है, चाहे अभी इन्होंने नाम लिया हरसिमरत बादल का, विक्रम मजीठिए का, सुखबीर बादल का, राजा वड़िंग का, परगट सिंह एंड मैनी अदर्स, प्रताप बाजवा, आप इनको मेरा एक आपसे एक ओपन चैलेंज है, मार्च 2022 से पहले सिंगल ट्वीट, एक भी ट्वीट, चाहे वो नेगेटिव चाहे वो पॉजिटिव, शिक्षा पर दिखा दें, एक भी ट्वीट। आज कभी एजेंडा ही नहीं था, कभी सरकारी स्कूलों में जाकर ही नहीं देखा, इतनी सारी फैब्रिकेटेड वीडियोस, बहुत सारी हमने एसओई अमृतसर लॉन्च किया, आप में से बहुत सारे साथी वहां पर थे। आई चैलेंज, जो कोई भी क्वेश्चन कर रहा है, आई चैलेंज देम। मैं उस स्कूल में 12 बारी गया हूं। जब मैं पहली बारी वहां गया था दिसंबर 2022 में ना, वो एक जंगल के तरह था, क्लासरूम्स में रोशनी नहीं, पूरे स्कूल में जंगल, हर जगह मिट्टी, कोई डिसिप्लिन नहीं। कोई भी शख्स जनवरी 2023 से पहले स्कूल ऑफ एमिनेंस जो अमृतसर जो बोल रहे हैं हमने बनाया, ये बनाया, उसकी फोटोज दिखा दे, वी विल गिव देम द क्रेडिट। और सेकंड इनसे लिस्ट ले लेते हैं कि अभी तो मैं 117 स्कूल और बना रहा हूं, हर 20,000 स्कूल में काम, जहां भी काम करेंगे बोलेंगे हमने बनाया। तो आप मेरे साथ चल सकते हैं, मैं आपको ऐसे स्कूल दिखा सकता हूं। अभी भी पंजाब का हर तीसरा स्कूल ऐसा है जहां 4 दीवारी नहीं है, जहां बच्चों को बैठने के लिए जगह नहीं है। मैंने जाकर पूछा बच्चों से, आप ये सोचिए, हमारी बच्चियां सुबह 8 बजे 7:30 बजे स्कूल आ जाती हैं, 2 बजे तक वो वॉशरूम नहीं जाती क्योंकि स्कूल में वॉशरूम नहीं। उसकी जिम्मेदारी कौन है? दे दिया आपको, आप ले लो, स्कूल का क्रेडिट ले लो, पर उन सारे स्कूलों का जिम्मेदार कौन है? इस पर कभी बात ही नहीं हुई। तो अभी पंजाब शिक्षा क्रांति, हर स्कूल में 4 दीवारी, वॉशरूम, रिकॉर्ड का काम चल रहा है। मुख्यमंत्री भगवंत मान जी ने जो टारगेट दिया है कि 31 मार्च 2024 से पहले हर स्कूल में ये बेसिक मिनिमम फैसिलिटीज होनी चाहिए। आप एजुकेशन मिनिस्टर हैं, आपको कुछ चिंता है कि कनाडा में जो हमारे बच्चे हैं, मैंने आपको वी आर ऑलवेज ओपन। ठीक है, बहुत सारे बच्चे आज भी हमें मेल्स करते हैं, ट्विटर पर मैसेजेस करते हैं, कोई भी दिक्कत ही होगी, एंड आई विल शेयर दिस कंसर्न, आई विल डेफिनेटली शेयर दिस कंसर्न विद आवर एनआरआई मिनिस्टर मिस्टर कुलदीप सिंह धालीवाल। ही इज वेरी एक्टिव एंड द स्टेट विल टेक द मैटर। थैंक यू। ਲੁਧਿਆਣੇ ਚ ਨਾ ਇੱਕ ਬੱਚੀ ਨੇ 8ਵੀਂ ਕਲਾਸ ਦੀ ਬੱਚੀ ਨੇ ਸੁਸਾਈਡ ਅਟੈਂਪਟ ਕੀਤਾ ਹੈ, ਉਹਦੇ ਪੇਰੈਂਟਸ ਇਹ ਆਰੋਪ ਲਾ ਰਹੇ ਨੇ ਕਿ ਬੱਚੀ ਨੂੰ ਘੁਮਾਇਆ ਗਿਆ ਪਰ ਉਹ ਸਕੂਲ 'ਚ ਉੱਤੇ ਚੋਰ ਲਿਖ ਕੇ, ਯਾਨੀ ਮੱਥੇ ਤੇ ਬਾਜੂ ਤੇ। देखो ਇਹ ਬੜੀ ਹੀ ਮੰਦਭਾਗੀ ਘਟਨਾਵਾਂ ਹਰ ਕੁਝ ਸਮੇਂ ਦੇ ਬਾਅਦ, ਪਿੱਛੇ ਜੇ ਅਬੋਰ ਦੀ ਇੱਕ ਵੀਡੀਓ ਆਈ ਸੀ ਕੁਝ ਦਿਨ ਪਹਿਲਾਂ, ਤੁਸੀਂ ਲੁਧਿਆਣੇ ਦੀ ਇੱਕ ਬੱਚੇ ਪ੍ਰਾਈਵੇਟ ਸਕੂਲ ਦੀ ਵੀਡੀਓਜ਼ ਦੇਖਿਓ ਨਹੀਂ, ਅਸੀਂ ਇਹਨਾਂ ਦੇ ਉੱਤੇ FIRs ਵੀ ਕਰਾਈਆਂ ਨੇ, ਬਾਅਦ ਚੋਂ ਪੇਰੈਂਟਸ ਆਪ ਬੈਕਅਪ ਕਰ ਜਾਂਦੇ ਨੇ। ਬਟ ਵੀ ਆਰ ਟੇਕਿੰਗ ਅ ਸਟਰੋਂਗ ਪੋਲਿਸੀ, ਤੇ ਅਗਰ ਅਸੀਂ ਇਸ ਨੂੰ ਚੇਂਜ ਕਰਕੇ, ਅਗਰ ਈਵਨ ਪੇਰੈਂਟ ਬੈਕਆਊਟ ਵੀ ਕਰਦੇ ਨੇ, ਉਹਨਾਂ ਦੋਨੋਂ ਕੇਸਾਂ ਦੇ ਵਿੱਚ ਪੇਰੈਂਟਸ ਨੇ ਕਿਹਾ ਜੀ ਅਸੀਂ ਕਿਹਾ ਸੀ ਟੀਚਰ ਨੂੰ ਕਿ ਸਾਡਾ ਬੱਚਾ ਡਿਸਿਪਲਿਨ ਤੋਂ ਬਾਹਰ ਜਾ ਰਿਹਾ, ਅਸੀਂ ਇਸ ਨੂੰ ਚੇਂਜ ਕਰ ਰਹੇ ਹਾਂ। ਇਹ ਇੱਕ ਬਿਹੇਵੀਅਰ ਨਹੀਂ ਹੈ। ਬਹੁਤ ਸਾਰੇ ਸਕੂਲਾਂ 'ਚ ਤੁਸੀਂ ਆਪ ਦੇਖਿਆ ਹੋਣਾ, ਜਦੋਂ ਮੈਂ ਜਾਂਦਾ ਕਈ ਵਾਰੀ ਲਾਈਵ ਚੱਲਦਾ ਹੁੰਦਾ, ਹਜੇ ਵੀ ਬੱਚਿਆਂ ਤੋਂ ਸਕੂਲਾਂ 'ਚ ਕੰਮ ਕਰਾਇਆ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਸਖਤ ਨੋਟਿਸ ਲੈ ਰਹੇ ਆ। ਟੀਚਰਸ ਆਪਣੀ ਜਿਹੜੀ ਗੱਡੀਆਂ ਦੀ ਪਾਰਕਿੰਗ ਹੈ ਕਲਾਸਰੂਮਾਂ ਦੇ ਵਿੱਚ, ਕੋਰੀਡੋਰਾਂ 'ਚ ਕਰ ਰਹੇ, ਇਹ ਸਾਰਾ ਚੀਜ਼ਾਂ ਨੂੰ ਅਸੀਂ ਟ੍ਰੈਂਡ ਨੂੰ ਬਦਲ ਰਹੇ ਹਾਂ, ਐਂਡ ਸਟਰੋਂਗ ਐਕਸ਼ਨਸ ਵਿਲ ਬੀ ਟੇਕਨ, ਈਵਨ ਕ੍ਰਿਮੀਨਲ ਐਕਸ਼ਨ, ਲੀਗਲ ਐਕਸ਼ਨ, ਐਂਡ ਆਲਸੋ ਡਿਪਾਰਟਮੈਂਟਲ ਅਸੀਂ ਉਹਨਾਂ ਨੂੰ ਜਿਹੜਾ ਟਰਮੀਨੇਟ ਕਰਾਂਗੇ। ਅਗਰ ਕੋਈ ਵੀ ਬੱਚਿਆਂ ਦੀ ਜਿਹੜੀ ਹੈ साइकोलॉजी बहुत इंपॉर्टेंट है, इस उत्ते सेक्शन। सर, कनाडा के साथ जो स्थिति इस वक्त बनी हुई है, पंजाब के कई लोग भी इस वक्त तनाव में चल रहे हैं क्योंकि उनके बच्चे कनाडा। मैम तुसी लिस्ट दे दो, सी वक्त कर बात हो रहा है जी, जेड़े थानू लिस्ट आई है मैंने दे दो। एक हेल्पलाइन नंबर बीजेपी ने भी जारी किया है जो मदद चाहते हैं क्योंकि पंजाब सरकार मैम आपकी तरफ से भी कोई सी तुसी मेरे तो ये पूछो ना जी, की हेल्पलाइन नंबर देना चाहते हैं बीजेपी? कल जो देश होया, लाइक what really matter is
जो कल देश की संसद में हुआ, वो संसद जहां बच्चों को पढ़ाते हैं कि बाबा साहब अंबेडकर जी जैसे पार्लियामेंटेरियन, जवाहरलाल नेहरू जी जैसे, सरदार पटेल जी जैसे ग्रेट पार्लियामेंटेरियंस, और मैं क्या बोलूं, ऐसी भाषा मैंने तो अपनी जिंदगी में कभी कहीं भी नहीं सुनी, और वो संसद में नहीं संसद। और वैसी पार्टी क्या हेल्पलाइन नंबर देगी जिनका दिस इज नॉट द थिंग्स दे नीड टू डू। और सेकंड ये हम सब लोग, हमारे 92 एमएलए, हमारे मुख्यमंत्री साहब सुपर एक्टिव सीएम हैं। तो अगर किसी भी पंजाबी को, और ये पिछले 1.5 साल में देखा है, चाहे वो पंजाबी इराक में फंसा हो, चाहे कनाडा में, कहीं भी, वी ऑल आर अवेलेबल एनी टाइम। अगर आपके पास भी कोई ऐसा बताइए उस पर एक्शन। ਤੁਸੀਂ ਮੇਰੀ ਫੇਰ ਬੇਨਤੀ ਹੈ, ਦੇਖੋ ਮੈਂ ਚਾਹੁੰਦਾ ਕਿ ਦੇਖੋ ਇਹ ਸਾਰੇ ਇਸ਼ੂਜ਼ ਦੇ ਉੱਤੇ ਆਪਾਂ ਕੱਲ ਗੱਲ ਕਰ ਲਿਓ, ਠੀਕ ਹੈ। ਕੋਈ ਅੱਜ ਦਾ ਜਿਹੜਾ ਇਸ਼ੂਜ਼ ਹੈ ਇਹ ਬਹੁਤ, ਮੈਂ ਹਮੇਸ਼ਾ ਕਹਿੰਦਾ, ਇੱਕ ਨੈਗੇਟਿਵ ਸਟੋਰੀ ਹੁੰਦੀ ਹੈ, ਕਿਸੇ ਲੁਧਿਆਣੇ ਦੇ ਪ੍ਰਾਈਵੇਟ ਸਕੂਲ 'ਚ ਬੱਚੇ ਨੂੰ ਕੁੱਟਿਆ, ਗਲਤ ਐਕਸ਼ਨ ਹੋਣਾ ਚਾਹੀਦਾ, ਪਰ ਉਹ ਸਾਰਾ ਮੀਡੀਆ 'ਚ, ਪਰ ਪੋਜ਼ਿਟਿਵ ਸਟੋਰੀਜ਼ ਵੀ ਚਾਹੀਦੀਆਂ। ਸਾਡੇ ਪ੍ਰਿੰਸੀਪਲਸ ਗਏ ਨੇ, ਦਿਸ ਸ਼ੁੱਡ ਬੀ ਦਾ ਹੈਡਲਾਈਨ। ਅੱਜ ਉਹ ਜਾਨੀ ਸਰਕਾਰੀ ਸਕੂਲ, ਮੈਂ 1.5 ਸਾਲ ਹੋ ਗਿਆ ਆ ਮੇਰੇ ਆਫਿਸ, ਅਸੀਂ ਨਹੀਂ ਗਏ, ਇਹ ਨਹੀਂ ਕਿ ਇਸ ਤੋਂ ਪਹਿਲਾਂ ਕਦੀ ਗਏ ਨਹੀਂ ਸੀ, ਮੈਂ ਆਈ ਹੈਵ ਬੀਨ ਟੂ ਆਲਮੋਸਟ ਆਲ ਮੇਜਰ ਨੇਸ਼ਨਸ, ਪਰ ਇਹ ਹੀ ਫਰਕ ਹੈ ਸਾਡੇ 'ਚ। ਉਹਨਾਂ ਸਰਕਾਰਾਂ ਦੇ ਵਿੱਚ ਉਹ ਲੀਡਰ ਜਾਂਦੇ ਸੀ, ਮੰਤਰੀ ਜਾਂਦੇ ਸੀ, ਇੱਥੇ ਅਸੀਂ ਆਪਣੇ ਬੱਚਿਆਂ ਨੂੰ, ਸਾਡੇ ਬੱਚੇ 6 ਬੱਚੇ ਜਾਪਾਨ ਵੀ ਜਾ ਰਹੇ, ਸਾਡੇ ਬੱਚੇ ਬਹੁਤ ਜਲਦੀ ਜਾਪਾਨ ਜਾ ਰਹੇ ਆ। ਇੱਕ ਸਾਇੰਸ ਕੰਪੀਟੀਸ਼ਨ ਹੋਇਆ ਸੀ, ਉਸ ਦੇ ਵਿੱਚ ਦੇਸ਼ ਦੇ ਵਿੱਚੋਂ 60 ਬੱਚੇ ਸਿਲੈਕਟ ਹੋਏ ਆ। ਮਾਣ ਵਾਲੀ ਗੱਲ ਹੈ। ਪੰਜਾਬ ਵੈਸੇ ਤੁਹਾਨੂੰ ਪਤਾ ਹੈ 2-2.5% ਹੈ, ਪਰ 60 ਦੇ ਵਿੱਚੋਂ 6 ਬੱਚੇ ਪੰਜਾਬ ਦੇ, ਤੇ ਸਾਰੇ ਸਰਕਾਰੀ ਸਕੂਲਾਂ ਦੇ ਨੇ। ਦੈਟ ਇਜ਼ ਦ ਨਿਊਜ਼। ਤਾਂ ਅਸੀਂ ਚਾਹੁੰਦੇ ਹਾਂ ਕਿ ਸਿੱਖਿਆ ਕ੍ਰਾਂਤੀ ਦੇ ਉੱਤੇ, ਤੇ ਮੇਰੇ ਆਪ ਸਭ ਨੂੰ ਵੀ ਬੇਨਤੀ ਹੈ, ਮੈਂ ਫਿਰ ਤੁਹਾਨੂੰ ਪੁੱਛੂੰਗਾ ਕਿ ਲਿਸਟ ਲੈ ਲਿਓ ਉਹਨਾਂ ਤੋਂ, ਕਿਉਂਕਿ ਮੈਂ ਆਉਣ ਵਾਲੇ ਸਮੇਂ 'ਚ ਬਹੁਤ ਸਕੂਲ ਠੀਕ ਕਰਨ ਅਸੀਂ ਕਰ ਰਹੇ ਹਾਂ, ਫਿਰ ਉਹ ਨਹੀਂ ਕਹਿੰਦੇ ਤਾਂ ਅਸੀਂ ਕਰਾਇਆ ਸੀ। ਤੇ ਜਿਹੜੇ ਸਕੂਲਾਂ ਦੀ ਮੈਂ ਜ਼ਿਕਰ ਕੀਤਾ, ਠੀਕ ਹੈ ਨਾ, ਮੇਰੇ ਨਾਲ ਚੱਲਣ, ਖੰਡਰ ਬਣੇ ਹੋਏ ਪਿੰਡਾਂ ਦੇ ਸਕੂਲ, ਖੰਡਰ, ਉਹਦਾ ਜ਼ਿੰਮੇਦਾਰ ਕੌਣ ਹੈ? ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸਿੱਖਿਆ ਨੀਤੀ ਨੂੰ ਲੈ ਕੇ ਬੋਲਦੇ ਨਜ਼ਰ ਆਏ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ। ਉਹਨਾਂ ਨੇ ਕਿਹਾ ਹੈ ਕ੍ਰਾਂਤੀ ਲੈ ਕੇ ਆ ਰਹੇ ਹਾਂ, ਸਿੱਖਿਆ ਨੀਤੀ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੇ ਵਿੱਚ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ ਚਿੰਤਾਜਨਕ ਨੇ, ਔਰ ਉਸ ਨੂੰ ਲੈ ਕੇ ਸੁਧਾਰ ਕੀਤਾ ਜਾ ਰਿਹਾ ਹੈ। ਜੇਕਰ ਵਿਰੋਧੀ ਪਾਰਟੀ ਇਹ ਦਾਅਵਾ ਕਰਦੀ ਹੈ ਕਿ ਉਹਨਾਂ ਦੇ ਵੇਲੇ ਸਕੂਲ ਜਿਹੜੇ ਨੇ ਉਹ ਬਣਾਏ ਗਏ ਨੇ ਔਰ ਨਾ ਹੁਣ ਆਪਣਾ ਆਮ ਆਦਮੀ ਪਾਰਟੀ ਲੈ ਰਹੀ ਹੈ, ਤਾਂ ਬਕਾਇਦਾ ਲਿਸਟ ਮੰਗੀ ਗਈ ਹੈ। ਨਾਲ ਹੀ ਉਹਨਾਂ ਨੇ ਚੈਲੰਜ ਕੀਤਾ ਹੈ ਬਕਾਇਦਾ ਨਾਂ ਲੈ ਕੇ। ਉਹਨਾਂ ਨੇ ਚੈਲੰਜ ਕੀਤਾ ਹੈ ਰਾਜਾ ਵੜਿੰਗ ਨੂੰ, ਪ੍ਰਤਾਪ ਬਾਜਵਾ ਨੂੰ, ਪ੍ਰਗਟ ਸਿੰਘ ਤੇ ਹੋਰ ਨਾਂ ਲਏ ਨੇ ਕਿ ਆਖਰਕਾਰ ਜਦੋਂ ਸਰਕਾਰ ਬਣੀ ਨਹੀਂ ਸੀ ਉਸ ਤੋਂ ਪਹਿਲਾਂ ਦਾ ਇੱਕ ਵੀ ਟਵੀਟ ਸਿੱਖਿਆ ਨੂੰ ਲੈ ਕੇ ਉਹ ਦਿਖਾ ਦੇਣ ਤਾਂ ਉਹ ਉਹਨਾਂ ਨੂੰ ਕ੍ਰੈਡਿਟ ਦੇ ਦੇਣਗੇ ਕਿ ਹਾਂ ਤੁਸੀਂ ਇਹ ਸਾਰਾ ਕੁਝ ਕੀਤਾ ਹੈ ਜਾਂ ਤੁਸੀਂ ਸਕੂਲ ਬਣਾਏ ਨੇ। ਤਾਂ ਸਿੱਧੇ ਤੌਰ ਤੇ ਚੈਲੰਜ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਚੈਲੰਜ ਕੀਤਾ ਔਰ ਨਾਲ ਹੀ ਦੱਸ ਦਈਏ ਕਿ ਪ੍ਰਿੰਸੀਪਲਸ ਭੇਜੇ ਗਏ ਨੇ, 72 ਪ੍ਰਿੰਸੀਪਲਸ ਨੇ, 2 ਬੈਚ ਨੇ ਜਿਹੜੇ ਭੇਜੇ ਗਏ ਨੇ। 5 ਦਿਨ ਦੀ ਇਹ ਟ੍ਰੇਨਿੰਗ ਹੈ, ਸਿੱਖਿਆ ਮੰਤਰੀ ਨੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹੋਰ बैच ਜਿਹੜੇ ਨੇ ਭੇਜੇ ਜਾਣਗੇ। 5ਵਾਂ ਤੇ 6ਵਾਂ ਬੈਚ ਹੈ, ਇਹ ਜਾਣਕਾਰੀ ਦਿੱਤੀ ਹੈ ਸਿੱਖਿਆ ਮੰਤਰੀ ਨੇ। ਇਹ 5ਵਾਂ ਤੇ 6ਵਾਂ ਬੈਚ ਹੈ। 72 ਪ੍ਰਿੰਸੀਪਲਸ ਨੇ ਜਿਹੜੇ ਰਵਾਨਾ ਹੋਏ ਨੇ ਸਿੰਗਾਪੁਰ ਦੇ ਲਈ। ਉਹਨਾਂ ਦੇ ਵਿੱਚੋਂ ਗੱਲਬਾਤ ਵੀ ਕੀਤੀ ਹੈ ਸਾਡੇ ਸਹਿਯੋਗੀ ਨੇ। ਉਹਨਾਂ ਨੇ ਦੱਸਿਆ ਹੈ ਪ੍ਰਿੰਸੀਪਲਸ ਨੇ ਕਿ ਪੂਰਾ ਕ੍ਰਾਈਟੇਰੀਆ ਹੈ, ਆਨਲਾਈਨ ਅਪਲਾਈ ਕੀਤਾ ਗਿਆ ਹੈ, ਜਿਸ ਤੋਂ ਬਾਅਦ ਬਿਲਕੁਲ ਟ੍ਰਾਂਸਪੇਰੈਂਟ ਤੇ ਪਾਲਿਸੀ ਦੇ ਤਹਿਤ ਹੀ ਉਹਨਾਂ ਦੀ ਸਿਲੈਕਸ਼ਨ ਹੋਈ ਹੈ।